जी का खालसा भाई साहब लंगर लैके पहुंचे। मालक ने तंदुरुस्तियां बख्शे सारे नगर वालियां नूं जी। किसानां दा मोढे नाल मोढा लाउंदे होए साडे वीर इन्हां दा अपना जो संघर्ष वीरां दा चल रहा उन्हां लई प्रसादा लंगर बना के लिया जी। सहबाजपुर तो साडे सत्कारयोग वीर सुहाजपुर वाले भरावां दा बहुत बहुत धन्नवाद जी। सारिया संगतां दा बहुत बहुत धन्नवाद इन्होंने प्रसादा तैयार करके भेजा। मालक सारे तंदुरुस्ती बख्शे चढ़ती कला च रखे। सारी संगत को एक बेनती जरूरी नोटिस है कि किसी का बुलेट मोटरसाइकिल 9415 और जिथे लंगर लगना है उस जगह पे खड़ा जिस भी वीर का बुलेट मोटरसाइकिल 9415 हो जो साइड से कर लो। और प्यार के नाल अगले वाली नसर करो। किसान के हक
ਕਿਸਾਨ ਮਾਰੂ ਬਿੱਲ ਦੇ ਵਿਰੋਧ ਦੇ ਵਿੱਚ ਜੁੜ ਬੈਠੇ ਸਮੂਹ ਕਿਸਾਨ ਵੀਰੋ, ਆੜਤੀ ਵੀਰੋ ਅਤੇ ਇਲਾਕੇ ਭਰ ਦੀਆਂ ਸੰਗਤਾਂ ਇੱਕ ਵਾਰ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ ਮਾਤਾ ਗੁਜਰੀ ਜੀ ਦੇ ਲਖਤੇ ਨਗਰ ਗੁਰੂ ਤੇਗ ਬਹਾਦਰ ਸਾਹਿਬ ਦੇ ਨੂਰੇ ਨਜ਼ਰ ਕਰਮ ਦੇ ਧਨੀ, ਤੇਗ ਦੇ ਧਨੀ, ਪਿਤਾ ਦੇ ਦਾਨੀ, ਪੁੱਤਰਾਂ ਦੇ ਦਾਨੀ, ਅੰਮ੍ਰਿਤ ਦੇ ਦਾਤੇ, ਸਮਸਤਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਫਤਿਹ ਦਾ ਨਾਰਾ ਕਰੋ ਬੁਲੰਦ। ਕੋਈ ਵੀ ਰਸਤਾ ਵਾਂਝੀ ਨਾਰਾ ਜਾਵੇ, ਮਨ ਦਿੱਤੇ ਕਾਗਰ ਕਰਨ ਵਾਸਤੇ ਝੁਕਾਓ ਸੀਸ, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕਈ ਦਿਨਾਂ ਤੋਂ ਆਪ ਇਸ ਬਿੱਲ ਦੇ ਵਿਰੋਧ ਦੇ ਵਿੱਚ ਜਿਹੜਾ ਸੈਂਟਰ ਗਵਰਨਮੈਂਟ ਦੇ ਵੱਲੋਂ 3 ਆਰਡੀਨੈਂਸ ਪਾਸ ਕੀਤੇ ਗਏ ਨੇ, ਉਹਦੇ ਵਿਰੋਧ ਦੇ ਵਿੱਚ ਆਪਣੇ ਧੰਦੇ ਭੰਡਾਰਾਂ ਨੂੰ ਛੱਡਦੇ ਹੋਏ, ਘਰੇਲੂ ਕੰਮਾਂ ਨੂੰ ਤਿਆਗਦੇ ਹੋਏ ਆਪਣੇ ਹੱਕ ਮੰਗਣ ਦੇ ਵਾਸਤੇ ਇਸ ਜਗ੍ਹਾ ਤੇ ਬੈਠੇ ਹੋ। ਅਸਲ ਦੇ ਵਿੱਚ ਜਦੋਂ ਆਪਾਂ ਇਹਦੀ ਗਹਿਰਾਈ ਵਿੱਚ ਜਾਵਾਂਗੇ, ਜਿਹੜੀ ਵੀ ਸਰਕਾਰ ਦਿੱਲੀ ਦੇ ਤਖਤ ਉੱਤੇ ਬੈਠੀ ਹੈ ਪੰਜਾਬ ਵਿਰੋਧੀ ਰਹੀ। ਇਹ ਗੱਲ ਦਾ ਐਨਾਲਿਸਿਸ ਜਦੋਂ ਡੀਪਲੀ ਜਾ ਕੇ ਤੁਸੀਂ ਕਰੋਗੇ, ਜਿਹੜੀ ਵੀ ਸਰਕਾਰ ਦਿੱਲੀ ਦੇ ਤਖਤ ਉੱਤੇ ਬੈਠੀ ਹੈ ਉਹ ਪੰਜਾਬ ਵਿਰੋਧੀ ਰਹੀ ਹੈ। ਅਸਲ ਦੇ ਵਿੱਚ ਇੱਥੇ ਲਿਆ ਕੇ ਰੱਖੋ ਇਹਨਾਂ ਦੇ ਲੱਗੇ, ਤੁਹਾਡੇ ਨਾਲ ਕੋਈ ਵਿਰੋਧ ਨਹੀਂ, ਪੰਜਾਬ ਦੇ ਨਾਲ ਵਿਰੋਧ ਹੈ। ਇੱਥੇ ਲੈ ਜੇਕਰ ਗੱਲ ਆਪਾਂ ਸ਼ੁਰੂ ਕਰੀਏ 1947 ਤੋਂ 1947 ਤੋਂ ਲੈ ਕੇ ਅੱਜ ਤੱਕ ਇਤਿਹਾਸ ਦੇ ਪੱਤਰੇ ਨੂੰ ਪੜ੍ਹ ਲਵੋ, ਹਰ ਪਾਸੇ ਪੰਜਾਬ ਨੂੰ ਮਾਰ ਸਹਿਣੀ ਪਈ। ਦੇਸ਼ ਦੀ ਵੰਡ ਤੋਂ ਪਹਿਲਾਂ ਕਲਕੱਤੇ ਦੇ ਵਿੱਚ ਮਹਾਤਮਾ ਗਾਂਧੀ ਸਿੱਖ ਜਥੇਬੰਦੀਆਂ ਦੇ ਲੀਡਰਾਂ ਨੂੰ ਕਹਿੰਦਾ ਹੈ ਕਿ ਤੁਸੀਂ ਸਾਡੇ ਨਾਲ ਰਹੋ, ਜਿਨ੍ਹਾਂ ਕਹਿੰਦੇ ਤੁਸੀਂ ਸਾਡੇ ਨਾਲ ਰਹੋ। ਮਾਸਟਰ ਤਾਰਾ ਸਿੰਘ ਸਾਡੇ ਆਗੂ ਸਨ, ਉਧਰ ਜਿੰਨਾ ਵੀ ਵਕੀਲ, ਪੰਡਿਤ ਨਹਿਰੂ ਵੀ ਵਕੀਲ, ਤੇ ਸਾਡੇ ਆਗੂ ਮਾਸਟਰ। ਉਹਨਾਂ ਦੇ ਕੰਨਾਂ ਵਿੱਚ ਇੱਕ ਫੂਕ ਮਾਰ ਦਿੱਤੀ ਗਈ, ਮਾਸਟਰ ਜੀ ਇਹ ਤੇ ਤੁਹਾਡੇ ਪਹਿਲੇ ਦਿਨ ਤੋਂ ਵਿਰੋਧੀ ਤੁਹਾਡਾ ਇਤਿਹਾਸ ਕਹਿੰਦਾ ਹੈ, ਤੁਸੀਂ ਸਾਡੇ ਨਾਲ ਆਓ। ਬਲਦੇਵ ਸਿੰਘ ਨੂੰ ਵਜ਼ੀਰੀ ਮਿਲ ਗਈ, ਉਹ ਆਪਣੇ ਕਾਰਖਾਨੇ ਬਚਾਉਣ ਦੀ ਖਾਤਰ ਇਸ ਪਾਸੇ ਇਸ ਹੱਕ ਦੇ ਵਿੱਚ ਭੁਗਤ ਗਿਆ। ਵੀਰ ਸਰਤਾਜ ਸਿੰਘ ਕਹਿ ਰਹੇ ਸਨ ਕਿ ਜਦ ਅਸੀਂ ਇਤਿਹਾਸ ਦੇ ਪੱਤਰਾਂ ਨੂੰ ਵਾਚਦੇ ਹਾਂ, ਕਿਸੇ ਵੀ ਹੋਰ ਸੂਬੇ ਨੂੰ ਆਪਣੇ ਅਧਿਕਾਰ ਲੈਣ ਵਾਸਤੇ, ਆਪਣਾ ਹੱਕ ਲੈਣ ਵਾਸਤੇ ਮੋਰਚੇ ਨਹੀਂ ਲਾਉਣੇ ਪਏ, ਕਿਸੇ ਵੀ ਹੋਰ ਸੂਬੇ ਨੂੰ। ਬਾਕੀ ਜਿੰਨੇ ਵੀ 1947 ਤੋਂ ਬਾਅਦ ਸੂਬੇ ਬਣੇ ਉਹ ਬੋਲੀ ਦੇ ਆਧਾਰ ਤੇ ਬਣਾ ਦਿੱਤੇ ਗਏ। ਕੇਵਲ ਪੰਜਾਬੀਆਂ ਨੂੰ ਮੋਰਚਾ ਲਾਉਣਾ ਪਿਆ ਇਹ ਪੰਜਾਬੀ ਸੂਬਾ ਬਣਵਾਉਣ ਵਾਸਤੇ। ਦੇਸ਼ ਦੇ ਵਿੱਚ ਅੰਨ ਦੀ ਥੋੜ ਪੈ ਗਈ। ਮਾਸਟਰ ਤਾਰਾ ਸਿੰਘ ਹੋਣੀ ਜਦੋਂ ਗਏ ਪੰਡਿਤ ਨਹਿਰੂ ਦੇ ਕੋਲ ਵੀ ਤੁਸੀਂ ਆਖਿਆ ਸੀ ਤੁਸੀਂ ਸਾਡੇ ਨਾਲ ਆਓ, ਤੁਹਾਨੂੰ ਆਜ਼ਾਦੀ ਦਾ ਨਿੱਕ ਮਿਲੇਗਾ, ਉੱਤਰੀ ਭਾਰਤ ਦੇ ਵਿੱਚ ਇੱਕ ਵੱਖਰਾ ਖਿੱਤਾ ਮਿਲੇਗਾ, ਸਾਡਾ ਹਿੱਸਾ ਸਾਨੂੰ ਦੇ ਦਿਓ। ਤੇ ਪੰਡਿਤ ਨਹਿਰੂ ਦਾ ਉਸ ਸਮੇਂ ਜਵਾਬ ਸੀ, ਕਹਿਣ ਲੱਗਾ ਮਾਸਟਰ ਜੀ ਅਬ ਵਕਤ ਬਦਲ ਗਿਆ। ਉਸ ਸਮੇਂ ਮਾਸਟਰ ਤਾਰਾ ਸਿੰਘ ਹੋਣਾ ਨੂੰ ਹੋਸ਼ ਆਈ ਵੀ ਅਸੀਂ ਆਪਣੇ ਆਪ ਨੂੰ ਬਲਦੀ ਦੇ ਬੂਥੇ ਵਿੱਚ ਦੇ ਬੈਠੇ। ਅੰਨ ਦੀ ਘਾਟ ਜਾਪੀ ਪੰਜਾਬੀਆਂ ਨੇ ਇੱਕ ਨਵੀਂ ਕ੍ਰਾਂਤੀ ਲਿਆਂਦੀ ਜਿਹਨੂੰ ਹਰੀ ਕ੍ਰਾਂਤੀ ਆਖਿਆ ਗਿਆ। ਇਹ ਪੰਜਾਬੀ ਕਿਸਾਨ ਦੇਸ਼ ਦਾ ਅੰਨਦਾਤਾ ਕਹਾਇਆ। ਜਦ ਵੀ ਕੋਈ ਮੋਰਚਾ ਲੱਗਾ, ਜਦ ਵੀ ਕਿਤੇ ਲੋੜ ਪਈ, ਪੰਜਾਬੀਆਂ ਨੇ ਵੱਧ ਤੋਂ ਵੱਧ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ। ਪਰ ਜਦੋਂ ਪੰਜਾਬੀ ਸੂਬਾ ਮੰਗਿਆ ਤੇ ਉਸ ਸਮੇਂ ਇਹਦੇ ਵਿੱਚ ਹਰਿਆਣਾ ਕੱਢ ਦਿੱਤਾ, ਇਹਦੇ ਵਿੱਚੋਂ ਹਿਮਾਚਲ ਕੱਢ ਦਿੱਤਾ, ਕੁਝ ਕੁ ਹਿੱਸਾ ਰਾਜਸਥਾਨ ਦੇ ਹਿੱਸੇ ਵੀ ਆਇਆ ਤੇ ਆ ਸੂਬੇ ਦੀ ਬਜਾਏ ਸੂਬੀ ਜੀ ਸਾਡੇ ਮੱਥੇ ਮਾਰੀ। ਚਲੋ ਅਸੀਂ ਸਬਰ ਕਰ ਲਿਆ ਵੀ ਠੀਕ ਹੈ, ਕੋਈ ਗੱਲ ਨਹੀਂ, ਅਸੀਂ ਇਹਦੇ ਵਿੱਚ ਵੀ ਯਕੀਨ ਕਰਦੇ ਹਾਂ, ਸਾਨੂੰ ਆਜ਼ਾਦੀ ਦੇ ਨਾਲ ਰਹਿਣ ਤੇ ਦਿੱਤਾ ਜਾਵੇ। ਪਰ ਪੰਜਾਬੀਆਂ ਦਾ ਜੋਸ਼ੀਲਾ ਇਤਿਹਾਸ, ਪੰਜਾਬੀਆਂ ਦਾ ਜੋਸ਼ੀਲਾ ਸੁਭਾਅ ਉਹ ਸੈਂਟਰ ਦੀ ਸਰਕਾਰ ਨੂੰ ਰਾਸ ਨਹੀਂ ਆਇਆ। ਹਰ ਹੀਲੇ ਸੈਂਟਰ ਦੀ ਸਰਕਾਰ ਨੇ ਸੋਚਿਆ ਵੀ ਜੇਕਰ ਪੰਜਾਬ ਅਤੇ ਪੰਜਾਬੀ ਤੇ ਪੰਜਾਬੀਅਤ ਜਿਉਂਦੀ ਰਹੀ ਤੇ ਸਾਨੂੰ ਆਪਣੇ ਹੱਥਾਂ ਨਾਲ ਦਿੱਤੀਆਂ ਮੂੰਹ ਦੇ ਨਾਲ ਖੋਲਣੀਆਂ ਪੈ ਜਾਣਗੀਆਂ। ਪੰਜਾਬ ਨੂੰ ਹਰ ਪੱਖੋਂ ਕਮਜ਼ੋਰ ਕਰਨ ਦਾ ਉਹਨਾਂ ਨੇ ਤਰੀਕਾ ਲੱਭਿਆ। ਹੁਣੇ ਗੱਲ ਹੋ ਰਹੀ ਸੀ ਵੀ ਬਿਹਾਰ ਦੇ ਵਿੱਚ ਇਹ ਬਿੱਲ 14-15 ਸਾਲ ਪਹਿਲਾਂ ਲਾਗੂ ਹੋ ਗਿਆ। ਉੱਥੋਂ ਦੇ 10 ਕਿੱਲਿਆਂ ਵਾਲੇ, 5 ਕਿੱਲਿਆਂ ਵਾਲੇ ਤੁਹਾਡੇ ਕੋਲ ਦਿਹਾੜੀਦਾਰ ਆ ਰਹੇ। ਅਸਾਮ ਦੀ 2 ਉਦਾਹਰਨ ਸਾਡੇ ਕੋਲ ਹੈ।
ਅਮਰੀਕਾ ਵਰਗੀਆਂ ਕੰਟਰੀਆਂ ਦੀ ਉਦਾਹਰਨ, ਯੂਰਪ ਦੀਆਂ ਬਹੁਤ ਸਾਰੀਆਂ ਕੰਟਰੀਆਂ ਦੀ ਉਦਾਹਰਨ ਸਾਡੇ ਕੋਲ ਹੈ। ਇੱਕ ਸਿਰਫ ਇਹ ਫਾਰਮੂਲਾ ਅੱਜ ਦੀ ਸਰਕਾਰ ਲਾਗੂ ਕਰਨ ਆ ਰਹੀ ਹੈ, ਇਹਦਾ ਵਿਸ਼ਲੇਸ਼ਣ ਤੇ ਕਰਨਾ ਪਵੇਗਾ। ਜਦ ਅਸੀਂ ਵਿਸ਼ਲੇਸ਼ਣ ਕਰਦੇ ਹਾਂ ਤੇ ਅਸਲ ਦੇ ਵਿੱਚ 1994 ਦੇ ਵਿੱਚ ਇਹਦੀ ਸ਼ੁਰੂਆਤ ਹੋ ਗਈ। 1994 ਦੇ ਵਿੱਚ ਜਦੋਂ ਨਰਸਿਮਹਾ ਰਾਓ ਦੀ ਸਰਕਾਰ ਸੈਂਟਰ ਦੇ ਵਿੱਚ ਆਈ ਤੇ ਸਰਦਾਰ ਮਨਮੋਹਨ ਸਿੰਘ ਉਸ ਸਮੇਂ ਵਿੱਤ ਮੰਤਰੀ ਸਨ। ਉਹਨਾਂ ਦੇ ਸਮੇਂ ਇਸ ਨਿੱਜੀਕਰਨ ਦੀ ਸ਼ੁਰੂਆਤ ਹੋਈ। ਜਦ ਵੀ ਕੋਈ ਨਿੱਜੀਕਰਨ ਦਾ ਬਿੱਲ ਸਭ ਤੋਂ ਪਹਿਲਾਂ ਆਉਂਦਾ ਹੈ, ਜੇ ਸੂਬੇ ਵਾਸਤੇ ਹੁੰਦਾ ਹੈ, ਉੱਥੋਂ ਦੇ ਮੁੱਖ ਮੰਤਰੀ ਨੂੰ ਉਹਦੀ ਪੂਰੀ ਜਾਣਕਾਰੀ ਹੁੰਦੀ ਤੇ 1994 ਦੇ ਵਿੱਚ ਜੇ ਮੈਂ ਭੁੱਲਦਾ ਨਾ ਹੋਵਾਂ, ਪੰਜਾਬ ਦਾ ਮੁੱਖ ਮੰਤਰੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜੇ ਮੈਂ ਭੁੱਲਦਾ ਨਾ ਹੋਵਾਂ। ਹੁਣ ਵੀ ਜਿਹੜੇ ਬਿੱਲ ਆਏ ਨੇ, ਇਹ ਨਹੀਂ ਹੋ ਸਕਦਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਇਹਦੀ ਜਾਣਕਾਰੀ ਨਾ ਹੋਵੇ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਾਣਕਾਰੀ, ਵਿਰੋਧੀ ਧਿਰ ਨੂੰ ਵੀ ਪੂਰੀ ਜਾਣਕਾਰੀ ਹੈ। ਉਹਨਾਂ ਦੀ ਜਾਣਕਾਰੀ ਵਿੱਚ ਲਿਆ ਕੇ ਜਿਹੜੇ ਬਿੱਲ ਪਾਸ ਕੀਤੇ ਜਾਂਦੇ। ਮੇਰੇ ਖਿਆਲ ਤੋਂ ਮੁਰਾਦ ਇਹਦੀ ਆਰੰਭਤਾ 1994 ਤੋਂ ਆਰੰਭ ਹੋਈ। ਜੇ ਉਸ ਸਮੇਂ ਦੇ ਮੁੱਖ ਮੰਤਰੀ ਨੇ ਸਟੈਂਡ ਲਿਆ ਹੁੰਦਾ ਤੇ ਅੱਜ ਸਾਨੂੰ ਆ ਜਿਹੜੇ ਧਰਨੇ ਲਾ ਕੇ ਆਪਣੇ ਹੱਕ ਨਾ ਮੰਗਣੇ ਪੈਂਦੇ। ਜੇ ਉਸ ਸਮੇਂ ਦਾ ਮੁੱਖ ਮੰਤਰੀ ਇਹ ਸਟੈਂਡ ਲੈ ਜਾਂਦਾ, ਫਿਰ ਸਾਡੇ ਕਿਸਾਨਾਂ ਦੀ ਇੱਕੋ ਫਸਲ ਸਾਹਮਣੇ, ਝੋਨਾ ਤੇ ਕਣਕ, ਜਿਹਦਾ ਸਮਰਥਨ ਮੁੱਲ ਹੈ। ਦੂਜੀਆਂ ਫਸਲਾਂ ਦਾ ਮੁੱਲ ਹੀ ਕੋਈ ਨਹੀਂ ਪਤਾ। ਕਣਕ ਦਾ ਮੱਕੀ ਬੀਜ ਲਵੋ, ਦਾਲਾਂ ਬੀਜ ਲਵੋ, ਸੂਰਜਮੁਖੀ ਬੀਜ ਲਵੋ, ਆਲੂ ਬੀਜ ਲਵੋ, ਉਹ ਸਾਨੂੰ ਕੋਈ ਨਹੀਂ ਪਤਾ। ਗੰਨਾ ਬੀਜ ਲਵੋ, ਸਾਨੂੰ ਕੋਈ ਪਤਾ ਨਹੀਂ ਵੀ ਕਿੰਨਾ ਮੁੱਲ ਮਿਲਣਾ ਤੇ ਪੈਸੇ ਕਦੋਂ ਮਿਲਣੇ, ਸਾਨੂੰ ਕੋਈ ਨਹੀਂ ਪਤਾ। ਇਸ ਕਰਕੇ ਕਿਸਾਨ ਨੇ ਬਹੁਤਾਤ ਗਿਣਤੀ ਦੇ ਵਿੱਚ ਝੋਨੇ ਤੇ ਕਣਕ ਨੂੰ ਤਰਜੀਹ ਦਿੱਤੀ। ਠੇਕੇ ਵੱਧ ਗਏ। ਸਾਡੇ ਕੋਲ ਵੀ ਜਦੋਂ 4 ਪੈਸੇ ਬਹੁਤੇ ਆ ਜਾਂਦੇ ਨੇ ਨਾ ਫਸਲ ਤੋਂ, ਅਸੀਂ ਠੇਕੇ ਵਧਾ ਦਿੰਦੇ ਹਾਂ। ਮੇਰੇ ਇਲਾਕੇ ਵਿੱਚ ਤੇ ਇਹ ਕੁਝ ਜਲੰਧਰ ਤੋਂ ਅੱਗੇ ਨਕੋਦਰ ਵੱਲ ਨੂੰ ਨਿਕਲ ਜਾਓ, ਇਹ ਕੁਝ ਵਾਪਰਦਾ ਤੁਹਾਡਾ ਮੈਨੂੰ ਪਤਾ। ਹੁਣ ਹਕੀਕਤ ਇਹ ਹੈ ਵੀ ਜਿੰਨੇ ਵੀ ਕਾਨੂੰਨ ਸੈਂਟਰ ਨੇ ਪਾਸ ਕੀਤੇ ਨੇ, ਉਹ ਕਿਸਾਨ ਮਾਰੂ। ਪੰਜਾਬ ਦਾ ਪਾਣੀ, ਉਹਦੇ ਨਾਲ ਰਾਜਸਥਾਨ ਦੀਆਂ ਨਹਿਰਾਂ, ਰਾਜਸਥਾਨ ਦੀ ਜ਼ਮੀਨ ਤਰ ਹੋ ਰਹੀ ਹੈ। ਪੰਜਾਬ ਦੇ ਪਾਣੀ ਤੋਂ ਬਣੀ ਹੋਈ ਬਿਜਲੀ ਦੇ ਨਾਲ ਦਿੱਲੀ ਜਗਮਗਾਉਂਦੀ ਹੈ। ਹਰ ਹੀਰੇ ਦੇ ਵਿੱਚ ਕਿਸਾਨ ਨੂੰ ਮਾਰਿਆ ਗਿਆ। ਅੱਜ ਜਿਹੜਾ ਮਰਿਆ ਹੋਇਆ ਕਿਸਾਨ ਹੈ, ਮਰਨ ਦੇ ਕਿਨਾਰੇ ਬੈਠਾ ਕਿਸਾਨ, ਉਹ ਹੋਰ ਵੀ ਕੁਝ ਨਹੀਂ ਕਰ ਸਕਦਾ, ਕੇਵਲ ਧਰਨੇ ਲਾ ਸਕਦਾ ਹੈ। ਸਾਡੇ ਪਾਸੇ ਕੇਵਲ ਧਰਨੇ ਰਹਿ ਗਏ ਨੇ। ਉਹਨਾਂ ਧਰਨਿਆਂ ਦੇ ਵਿੱਚ ਬੈਠਾ ਹੋਇਆ ਕਿਸਾਨ ਜਿਵੇਂ ਦਿੱਲੀ ਦੀ ਸਰਕਾਰ ਨੂੰ ਕਹਿ ਰਿਹਾ, ਇਹ ਸਰਕਾਰੇ ਮੈਨੂੰ ਮਾਰਨ ਦਾ ਯਤਨ ਨਾ ਕਰ, ਮੇਰਾ ਹੱਕ ਮੈਨੂੰ ਦੇ ਦੇ। ਦਿਨ ਰਾਤ ਆਪਣੇ ਖੇਤਾਂ ਦੇ ਵਿੱਚ ਪੁੱਤਾਂ ਦੇ ਵਾਂਗ ਫਸਲਾਂ ਨੂੰ ਮੈਂ ਪਾਲਦਾ ਹਾਂ। ਨਿਰਧਾਰਤ ਮੁੱਲ ਤੁਸੀਂ ਨਿਰਧਾਰਤ ਕਰੋ ਤੇ ਹੁਣ ਜਿਹੜੀ ਸਾਡੀ ਜ਼ਮੀਨ ਹੈ ਇਹਦੇ ਤੇ ਵੀ ਕਬਜ਼ਾ ਕਰ ਲਿਆ ਜਾਵੇਗਾ। ਇਹਦੇ ਧਰਨਿਆਂ ਦੇ ਵਿੱਚ ਬੈਠਾ ਕਿਸਾਨ ਦਿੱਲੀ ਦੀ ਸਰਕਾਰ ਨੂੰ ਜਿਵੇਂ ਆਪਣੇ ਮਨ ਦੀ ਆਵਾਜ਼ ਪਹੁੰਚਾਉਣ ਦਾ ਯਤਨ ਕਰਦਾ ਹੈ, ਜਿਸ ਤਰੀਕੇ ਦੇ ਨਾਲ ਹਾਕਮ ਸਰਕਾਰ ਦੇ ਕੋਲੋਂ ਆਪਣੇ ਹੱਕ ਮੰਗ ਰਿਹਾ ਹੈ, ਸਭ ਤੋਂ ਪਹਿਲਾਂ ਉਹਦੀ ਤਰਜਮਾਨੀ ਕਵਿਤਾ ਦੇ ਰਾਹੀਂ ਕਿਉਂ ਕੀਤੀ ਜਾਵੇ।
ਛੱਡ ਦੇਵੋ ਹੁਣ ਫਸਲਾਂ ਸੱਚ ਕਹਿੰਦਾ ਨੂਰਪੁਰੀ ਸਾਨੂੰ ਨਾ ਵਿਛੜੇ ਰਾਹ ਪਾਵੋ ਸੱਚ ਕਹਿੰਦਾ ਨੂਰਪੁਰੀ ਸਾਨੂੰ ਨਾ ਵਿਛੜੇ ਰਾਹ ਪਾਵੋ ਕਿਰਸਾਨ ਬੋਲਦਾ ਮੈਂ ਮੇਰੇ ਤੇ ਰਹਿਮ ਹਾਕਮ ਖਾਵੋ ਕਿਰਸਾਨ ਬੋਲਦਾ ਮੈਂ ਮੇਰੇ ਤੇ ਰਹਿਮ ਹਾਕਮ ਖਾਵੋ ਕਿਰਸਾਨ ਬੋਲਦਾ ਮੈਂ ਮੇਰੇ ਤੇ ਰਹਿਮ ਹਾਕਮ ਖਾਵੋ ਕਿਸਾਨ ਆਪਣੇ ਦਿਲ ਦੇ ਵਿੱਚੋਂ ਇਹੀ ਆਵਾਜ਼ਾਂ ਦੇ ਰਿਹਾ ਹੈ, ਦਿੱਲੀ ਦੇ ਤਖਤ ਤੇ ਬੈਠਣ ਵਾਲੀ ਸਰਕਾਰ ਮੇਰੇ ਤੇ ਰਹਿਮ ਕਰ। ਮੈਂ ਦਿਨ ਰਾਤ ਇੱਕ ਕਰਕੇ ਪੁੱਤਾਂ ਵਾਂਗ ਫਸਲਾਂ ਨੂੰ ਪਾਲਦਾ ਹਾਂ ਤੇ ਜਦ ਤੱਕ ਮੁੱਲ ਨਿਰਧਾਰਤ ਕਰਨ ਦਾ ਸਮਾਂ ਆਉਂਦਾ ਉਦੋਂ ਤੇਰੀ ਵਾਰੀ ਆ ਜਾਂਦੀ ਹੈ। ਸਾਡੇ ਵਿੱਚ ਕਿੰਨੇ ਕੁ ਬੰਦੇ ਨੇ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦਾ ਮਤਾ ਪੜਿਆ ਹੋਵੇ 52 ਪੰਨਿਆਂ ਦਾ ਮਤਾ ਹੈ ਤੇ 2.5 ਲੱਖ ਬੰਦਿਆਂ ਦੀ ਕੁਰਬਾਨੀ ਉਹਦੇ ਲਈ ਤੇ ਮੇਰਾ ਖਿਆਲ ਹੈ 250 ਬੰਦਿਆਂ ਨੇ ਨਹੀਂ ਪੜਿਆ ਹੋਵੇਗਾ। ਆਨੰਦਪੁਰ ਸਾਹਿਬ ਦੇ ਮਤੇ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਮ ਦੇ ਨਾਲ ਜੋੜ ਦਿੱਤਾ ਗਿਆ। ਅਸਲ ਵਿੱਚ ਇਹ ਮਤਾ ਪੰਜਾਬ ਦੀ ਕਿਰਸਾਨੀ ਦੀ ਤਰਜਮਾਨੀ ਸੀ, ਪੰਜਾਬ ਦੇ ਹੱਕਾਂ ਦੀ ਤਰਜਮਾਨੀ ਸੀ। ਮੀਡੀਆ ਵਾਲੇ ਪੱਤਰਕਾਰ ਵੀਰ ਇੱਥੇ ਬੈਠੇ ਨੇ, ਜੇਕਰ ਮੀਡੀਆ ਆਪਣਾ ਐਨ ਸਚਾਈ ਦੇ ਨਾਲ ਦਿਨੋਂ ਫਰਜ਼ ਅਦਾ ਕਰੇ ਤੇ ਕੋਈ ਵੀ ਐਸੀ ਮੁਹਿੰਮ ਨਹੀਂ ਜਿਹੜੀ ਕਾਮਯਾਬ ਨਾ, ਕੋਈ ਵੀ ਐਸੀ ਮੁਹਿੰਮ ਨਹੀਂ। ਇਹ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਉਸ ਸਮੇਂ ਦੇ ਮੀਡੀਆ ਨੇ ਐਸੀ ਰੰਗਤ ਦਿੱਤੀ ਕਿ ਕੇਵਲ ਤੇ ਕੇਵਲ ਸੰਤਾਂ ਦੇ ਨਾਲ ਜੋੜ ਦਿੱਤਾ ਗਿਆ। ਹਕੀਕਤ ਉਹਦੀ ਇਹ ਸੀ ਕਿ ਉਹ ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ ਹੈ ਮਤਾ ਸੀ। ਹੁਣ ਕਹਿਣਾ ਸੀ ਵੀ ਪਾਣੀ ਜਿਹੜਾ ਪੰਜਾਬ ਦਾ ਜਾਵੇ ਰਾਜਸਥਾਨ ਨੂੰ ਕਿਉਂ ਜਾਵੇ ਫ੍ਰੀ ਦੇ ਵਿੱਚ, ਜਦ ਅਸੀਂ ਬਾਹਰੋਂ ਜਿਹੜੀ ਵੀ ਜਿੰਸ ਸਾਨੂੰ ਚਾਹੀਦੀ ਹੈ ਮੁੱਲ ਲੈਣੇ ਦੂਜੀਆਂ ਸਟੇਟਾਂ ਦੇ ਕੋਲ ਤੇ ਪੰਜਾਬ ਦਾ ਪਾਣੀ ਕਿਉਂ ਲੁਕਿਆ ਜਾਵੇ। ਇਹ ਉਹਦੀ ਮੰਗ ਸੀ, ਉਹਦੀ ਮੰਗ ਸੀ ਆਨੰਦਪੁਰ ਸਾਹਿਬ ਦੇ ਨਾਲ। ਅਗਲੀ ਮੰਗ ਸੀ ਵੀ ਬਿਜਲੀ ਪੰਜਾਬ ਦੇ ਵਿੱਚ ਪੰਜਾਬ ਦੇ ਪਾਣੀ ਨਾਲ ਪੈਦਾ ਹੋਵੇ, ਉਹਦੇ ਨਾਲ ਜਗਮਗਾਵੇ ਦਿੱਲੀ, ਉਹਦੇ ਬਦਲੇ ਵਿੱਚ ਸਾਨੂੰ ਕੁਝ ਵੀ ਨਾ ਮਿਲੇ। ਪੰਜਾਬ ਦਾ ਕਿਸਾਨ ਹਨੇਰੇ ਵਿੱਚ ਬੈਠਾ, ਪੰਜਾਬ ਦਾ ਜੰਮਿਆ ਜਾਇਆ ਹਨੇਰੇ ਵਿੱਚ ਬੈਠਾ, ਪਰ ਦਿੱਲੀ ਦੇ ਵਿੱਚ ਦਿਨ ਰਾਤ ਨੂੰ ਦਿਨ ਵਰਗੀ ਰੋਸ਼ਨੀ। ਇਹ ਪੰਜਾਬ ਦੇ ਆਖਰੀ ਗੱਲ ਸੀ। ਉਹਦੇ ਵਿੱਚ ਇਹ ਮੰਗ ਸੀ ਕਿ ਫਸਲ ਪੈਦਾ ਹੋਵੇ। ਸਾਡੇ ਕੋਲ ਪਹੁੰਚੇ ਗਾਲੀਆਂ ਲੈਂਦੀਆਂ ਮਾਨਸੂਨ ਮੰਗਾ ਲਿਓ ਹੈਗੀਆਂ ਸਾਰਾ ਅਰੇਂਜਮੈਂਟ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੀ। ਸਵਾਜਪੁਰ ਵਾਲੀ ਸਾਰੀ ਸਾਧ ਸੰਗਤ ਦਾ ਅੱਜ ਦਾ ਲੰਗਰ ਦੀ ਸੇਵਾ ਸਵਾਜਪੁਰ ਵੀਰਾਂ ਦੀ ਸੀ। ਬਹੁਤ ਬਹੁਤ ਧੰਨਵਾਦ ਨਾਲ ਸਾਰੇ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ ਵਿੱਚ ਰੱਖੇ ਜਿੰਨੇ ਮੇਰੇ ਵੀਰ ਆਏ ਆ ਇਹ ਸਿਰ ਮੱਥੇ ਜੀ। ਵਾਹਿਗੁਰੂ ਜੀ ਦਾ ਖਾਲਸਾ। ਜਿਹੜੇ ਸਾਡੇ ਕੇਂਦਰ ਦੇ ਹਸਪਤਾਲ ਦੇ ਲੀਡਰ ਹੁੰਦੇ ਨੇ, ਪੰਥ ਆਗੂ ਹੁੰਦੇ ਨੇ, ਇਹਨਾਂ ਦੀਆਂ ਗਜ਼ਾਰੀਆਂ ਦਾ ਨਤੀਜਾ ਮਿਸਰ ਸਰਕਾਰ। ਹਕੀਕਤ ਹੈ ਮੈਂ ਤੁਹਾਡੇ ਨਾਲ ਇਤਿਹਾਸ ਦਾ ਪੰਨਾ ਆਰੰਭ ਕਰਨ ਜਾ ਰਿਹਾ ਤੇ ਵਿਚਕਾਰ ਮੈਂ ਅੱਜ ਦੇ ਸਮੇਂ ਦੀ ਗੱਲ ਕਰਨਾ ਚਾਹੁੰਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀ ਪੈਦਾ ਕੀਤਾ। ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਰਾਜ ਕਾਇਮ ਕਰਕੇ ਨਾਲ ਹੀ ਜਿਹੜੇ ਜ਼ਮੀਨਾਂ ਵਾਹੁਣ ਵਾਲੇ ਸਨ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ 1710 ਦੇ ਵਿੱਚ। ਪਰ ਲੰਮਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਨਹੀਂ ਰਿਹਾ। ਸੰਨ 1716 ਦੇ ਵਿੱਚ ਨੌਜਵਾਨ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋਏ। ਕੌਣ ਹੈ? ਪਰ ਕੌਣ ਦੇ ਕੋਲ ਆਗੂ ਹੈਗਾ? ਤੁਸੀਂ ਹੋਰ ਰੱਖ ਦਿਓ। ਇੱਕ ਆਗੂ ਉੱਪਰ ਕੇ ਅੱਗੇ ਆਉਂਦਾ ਹੈ ਜਿਹਦਾ ਨਾਮ ਹੈ ਸਰਦਾਰ ਦਰਬਾਰਾ ਸਿੰਘ। ਸਰਦਾਰ ਦਰਬਾਰਾ ਸਿੰਘ ਕੌਮ ਨੂੰ ਲਾਮਬੰਦ ਕਰਦਾ ਹੈ। ਰਹਿੰਦੇ ਲੋਕ ਪਹਾੜਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਕੰਦਰਾਂ ਦੇ ਵਿੱਚ, ਛੱਪਾਂ ਦੇ ਵਿੱਚ ਦਿਨ ਬਤੀਤ ਕਰਦੇ ਨੇ, ਪਰ ਸਰਦਾਰ ਦਰਬਾਰਾ ਸਿੰਘ ਆਪਣੀ ਕੌਮ ਨੂੰ ਲਾਮਬੰਦ ਕਰਦੇ। ਉਹਦਾ ਸਿਆਣਾ ਆਗੂ ਬਣ ਕੇ ਉਹਦੀ ਸੱਚੀ ਅਗਵਾਈ ਕਰ ਰਿਹਾ ਹੈ। ਜਿਹੜੀਆਂ ਕੌਮਾਂ ਦੇ ਕੋਲ ਸੱਚੇ ਆਗੂ ਹੁੰਦੇ ਨੇ ਉਹ ਕੌਮਾਂ ਕੁਝ ਲੈ ਬੈਠੀਆਂ ਨੇ, ਬਾਕੀ ਦੀਆਂ ਕੌਮਾਂ ਕੇਵਲ ਤੇ ਕੇਵਲ ਆ ਸਾਡੇ ਵਾਲੇ ਕਾਰਜ ਵਿੱਚ ਰੁੱਝ ਜਾਂਦੀਆਂ ਜਿਨ੍ਹਾਂ ਕੌਮਾਂ ਕੋਲ ਸਿਆਣੇ ਆਗੂ ਨੇ। ਹੁਣ ਸਰਦਾਰ ਦਰਬਾਰਾ ਸਿੰਘ ਸੱਚਾ ਆਗੂ ਬਣ ਕੇ ਕੌਮ ਦੀ ਅਗਵਾਈ ਕਰਦਾ ਹੈ। ਕੌਮ ਲਾਮਬੰਦ ਹੁੰਦੀ ਹੈ ਤੇ ਉਧਰ ਲਾਹੌਰ ਦਾ ਸੂਬੇਦਾਰ ਬਣਦਾ ਹੈ ਜ਼ਕਰੀਆ ਖਾਨ 1716 ਤੋਂ ਬਾਅਦ। ਹੁਣ ਇੱਕ ਮੁਹੱਈਆ ਕਰਦਾ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਨਾ ਸਿੱਖ ਰਹਿਣ ਦੇਣਾ ਨਾ ਸਿੱਖੀ ਰਹਿਣ। ਗੱਲ ਮੈਂ ਕਿਰਸਾਨੀ ਨਾਲ ਜੋੜਾਂਗਾ, ਇਹ ਨਾ ਆਖੋ ਵੀ ਮੈਂ ਆਪਣੀ ਗੱਲ ਕਰਾਂ। ਹੁਣ ਉਹ ਕਹਿੰਦਾ ਨਾ ਮੈਂ ਪੰਜਾਬ
ਪੰਜਾਬ ਦੀ ਧਰਤੀ ਤੇ ਸਿੱਖ ਰਹਿਣ ਦੇਣਾ ਤੇ ਨਾ ਸਿੱਖੀ ਰਹਿਣ ਦੇਣੀ ਹੈ। ਨਾ ਜਾਣਾ ਕਿਉਂ ਦਿੱਲੀ ਦੇ ਤਖਤ ਉੱਤੇ ਬੈਠਣ ਵਾਲਿਆਂ ਨੂੰ ਸਿੱਖ ਅਤੇ ਸਿੱਖੀ ਦੇ ਨਾਲ ਏਡੀ ਨਫ਼ਰਤ ਹੈ। ਇਹ ਗੱਲ ਸਭ ਤੋਂ ਪਰੇ ਦੀ, ਕਿਉਂਕਿ ਸਿੱਖ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਸੱਚ ਦੀ ਗੱਲ ਆਖਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੱਲ ਹੀ ਇੱਥੋਂ ਆਰੰਭ ਕੀਤੀ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਪੂਰਨ ਫੁੱਟਾ ਨਾਨਕਾ ਔਰ ਸੱਚ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿਧਾਂਤ ਨਾਲ ਜੁੜਿਆ ਹੋਇਆ ਜਿਹੜਾ ਸਿੱਖ ਹੈ ਉਹ ਸੱਚ ਦੀ ਗੱਲ ਕਰਦਾ ਹੈ ਤੇ ਦਿੱਲੀ ਦੇ ਤਖਤ ਉੱਤੇ ਬੈਠਣ ਵਾਲੇ ਹਾਕਮ ਦੀਆਂ ਅੱਖਾਂ ਦੇ ਵਿੱਚ ਸੱਚ ਜਿਹੜਾ ਚੁੱਭਦਾ ਹੈ। ਇਹੀ ਕਾਰਨ ਹੈ ਗੁਰੂ ਨਾਨਕ ਦੇ ਸਿੱਖ ਦਾ ਵਿਰੋਧ ਰਿਹਾ। ਹੁਣ ਉਹਨਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ, ਉਹਨਾਂ ਨੇ ਸਿੱਖਾਂ ਦਾ ਬੰਦ ਕੱਟਿਆ, ਉਹਨਾਂ ਨੇ ਸਿੱਖਾਂ ਦੇ ਖੋਪਰ ਉਤਾਰ ਦਿੱਤੇ, ਉਹਨਾਂ ਨੇ ਸਿੱਖਾਂ ਨੂੰ ਚਰਖੀਆਂ ਦੇ ਉੱਤੇ ਚਾੜਿਆ। ਹਰ ਜਿਹੜੀ ਸਜ਼ਾ ਹੈ ਉਹ ਸਿੱਖਾਂ ਨੂੰ ਦਿੱਤੀ ਗਈ, ਪਰ ਸਿੱਖ ਫਿਰ ਵੀ ਕਹਿੰਦਾ ਰਿਹਾ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਦਕ ਨਾ ਜਾਵੇ। ਹੁਣ ਉਸ ਤੋਂ ਅਗਲਾ ਤਰੀਕਾ ਜਿਹੜਾ ਉਹਨਾਂ ਨੇ ਵਰਤਿਆ ਵੀ ਇਹਨਾਂ ਨੂੰ ਬਦਨਾਮ ਕਰਦੇ ਹੋ, ਮਾੜੇ ਵਿਸ਼ੇਸ਼ਣ ਸਿੱਖਾਂ ਦੇ ਨਾਮ ਨਾਲ ਜੋੜ ਦਿੱਤਾ। ਚਾਣਕਿਆ ਨੀਤੀ ਕਹਿੰਦੀ ਹੈ ਕਿ ਹਰ ਹੀਲਾ ਵਰਤ ਕੇ ਆਪਣੇ ਦੁਸ਼ਮਣ ਨੂੰ ਕਮਜ਼ੋਰ ਕਰੋ। ਜਿਹੜਾ ਵੀ ਤਰੀਕਾ ਤੁਹਾਨੂੰ ਲੱਭੇ ਉਹ ਆਪਣੇ ਦੁਸ਼ਮਣ ਨੂੰ ਕਮਜ਼ੋਰ ਕਰਨ ਦਾ ਵਰਤ ਦਿਓ। ਹੁਣ ਅਗਲਾ ਤਰੀਕਾ ਉਹਨਾਂ ਨੇ ਲੱਭਿਆ ਵੀ ਬਦਨਾਮ ਕਰ ਦਿਓ। ਜਦੋਂ ਪਿੰਡ ਵਿੱਚ ਕੋਈ ਬੰਦਾ ਬਦਨਾਮ ਹੋ ਜਾਵੇ ਉਹਦੇ ਲਾਗੇ ਕੋਈ ਨਹੀਂ ਖੜਦਾ, ਤੇ ਸਿੱਖ ਨੂੰ ਬਦਨਾਮ ਕਰਨ ਵਾਸਤੇ ਦਿੱਲੀ ਦੀਆਂ ਸਰਕਾਰਾਂ ਨੇ ਪੂਰਾ ਜ਼ੋਰ ਲਾ ਦਿੱਤਾ, ਮੀਡੀਆ ਢਾ ਦਿੱਤਾ, ਆਪਣੀ ਇਕਨੋਮੀ ਦਾ ਬਹੁਤ ਵੱਡਾ ਹਿੱਸਾ ਇਸ ਕੰਮ ਵਾਸਤੇ ਰਾਖਵਾਂ ਰੱਖ ਦਿੱਤਾ ਗਿਆ ਵੀ ਸਿੱਖਾਂ ਨੂੰ ਬਦਨਾਮ ਕਰਨਾ ਦੂਸਰੀਆਂ ਕੰਟਰੀਆਂ ਦੇ ਵਿੱਚ। ਇਹ ਵੀ ਜ਼ੋਰ ਹੁਣ ਦੀਆਂ ਸਰਕਾਰਾਂ ਨੇ ਵੀ, ਪਹਿਲੀਆਂ ਸਰਕਾਰਾਂ ਨੇ ਲਾਇਆ। ਉਹ ਵੀ ਤਰੀਕਾ ਜਿਹੜਾ ਕਿਸੇ ਕੰਮ ਨਹੀਂ ਆਇਆ। ਸਿੱਖ ਫਿਰ ਵੀ ਚੜ੍ਹਦੀ ਕਲਾ ਵਿੱਚ ਰਿਹਾ ਕਿਉਂਕਿ ਸੱਚ ਨਾਲ ਜੁੜਿਆ, ਉਹਦਾ ਘੋੜਾ ਸੱਚ ਹੈ, ਉਹ ਕਿਰਤੀ ਹੈ ਤੇ ਕਿਰਤ ਕਰਨ ਵਾਲਾ ਕਦੇ ਕਮਜ਼ੋਰ ਨਹੀਂ ਹੁੰਦਾ। ਜਿਹੜਾ ਹੱਥੀਂ ਮਿਹਨਤ ਕਰਦਾ ਉਹ ਕਦੇ ਕਮਜ਼ੋਰ ਨਹੀਂ ਹੁੰਦਾ। ਹੁਣ ਕੁਰਤੀ ਹੋਣ ਦੇ ਕਰਕੇ ਸੱਚ ਨਾਲ ਜੁੜਿਆ ਹੋਣ ਦਾ ਕਰਕੇ, ਆਪਣੇ ਘੋੜੇ ਨਾਲ ਜੁੜਿਆ ਹੋਣ ਕਰਕੇ ਉਹ ਫਿਰ ਵੀ ਨਹੀਂ ਡੋਲਿਆ ਤੇ ਉਸ ਤੋਂ ਅਗਲਾ ਤਰੀਕਾ ਵਰਤਿਆ ਵੀ ਇਹਨਾਂ ਨੂੰ ਲਾਲਚ ਦਿਓ। ਲਾਲਚ ਦੇ ਕੇ ਲਾਲਚ ਦੀ ਹੱਡੀ ਇਹਨਾਂ ਦੇ ਮੋਰੇ ਸੁੱਟੋ, ਜਿਹੜਾ ਕਮਜ਼ੋਰ ਹੋਵੇਗਾ ਚੁੱਕ ਲਵੇਗਾ ਤੇ ਵਿਕਾਊ ਜ਼ਮੀਰਾਂ ਵਾਲੇ ਬਹੁਤ ਸਨ, ਕਈਆਂ ਨੇ ਉਹ ਹੱਡੀਆਂ ਚੁੱਕ ਲਈਆਂ। ਅੱਜ ਵੀ ਸਾਡੇ ਸਾਹਮਣੇ ਜਿਨ੍ਹਾਂ ਨੂੰ ਅਸੀਂ ਆਗੂ ਮੰਨ ਬੈਠਦੇ ਹਾਂ ਉਹੀ ਸਾਡੇ ਵਿੱਚੋਂ ਗਦਾਰੀ ਕਰ ਜਾਂਦੇ। ਬਹੁਤ ਸਾਰੇ ਮੋਰਚੇ ਫੇਲ ਹੋਣ ਦਾ ਕਾਰਨ ਇਹ ਹੈ, ਚਾਹੇ ਉਹ ਧਾਰਮਿਕ ਹੈ ਚਾਹੇ ਉਹ ਸਮਾਜਿਕ ਹੈ। ਬਹੁਤ ਸਾਰੇ ਮੋਰਚੇ ਫੇਲ ਹੋਣ ਦਾ ਕਾਰਨ ਹੈ ਵੀ ਉਹਨਾਂ ਮੋਰਚਿਆਂ ਦੇ ਵਿੱਚ ਜਿਹਨਾਂ ਨੂੰ ਆਗੂ ਮਿਥ ਲੈਂਦੇ ਨਾ, ਉਹ ਮੋਰਚੇ ਦੇ ਡਿਕਟੇਟਰ ਜਿਹੜੇ ਹੁੰਦੇ ਨੇ ਉਹੀ ਵਿਕ ਜਾਂਦੇ ਨੇ, ਉਹ ਗਦਾਰੀ ਕਰ ਜਾਂਦੇ ਨੇ। ਜਨਤਾ ਦੇ ਪੱਲੇ ਕੁਝ ਨਹੀਂ, ਜਨਤਾ ਵਿਚਾਰੀ ਹਾਰ ਉਸ ਕੇ ਆਪਣੇ ਘਰੇ ਬਹਿ ਜਾਂਦੀ ਹੈ। ਉਹ ਸੋਚਦੀ ਹੈ ਵੀ ਇਹਨਾਂ ਵਿੱਚੋਂ ਕੁਝ ਨਹੀਂ ਨਿਕਲੇਗਾ। ਪਾਣੀ ਵਿੱਚ ਮਧਾਣੀ ਪਾਉਣ ਵਾਲੀ ਗੱਲ ਹੈ ਤੇ ਪਾਣੀ ਵਿੱਚ ਮਧਾਣੀ ਪਾਇਆ ਕਦੇ ਮੱਖਣ ਨਹੀਂ ਨਿਕਲਦਾ। ਇਹ ਤਰੀਕਾ ਵੀ ਵਰਤਿਆ ਗਿਆ, ਇਹਦੇ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਦੁਸ਼ਮਣ ਕਾਮਯਾਬ ਹੋਇਆ, ਪਰ ਜਿਹੜੇ ਚੜ੍ਹਦੀ ਕਲਾ ਵਾਲੇ ਧੁਰੇ ਨਾਲ ਜੁੜੇ ਹੋਏ ਸਿੱਖ ਹੈ ਉਹ ਅਜੇ ਵੀ ਆਪਣਾ ਜੀਵਨ ਚੜ੍ਹਦੀ ਕਲਾ ਦੇ ਨਾਲ ਬਤੀਤ ਕਰ ਰਹੇ ਨੇ। ਹੁਣ ਦੁਸ਼ਮਣ ਸੋਚਦਾ ਵੀ ਇਹਨੂੰ ਇਕਨੋਮਿਕਲੀ ਆਰਥਿਕ ਤੌਰ ਤੇ ਕਮਜ਼ੋਰ ਕਰ ਦਿਓ। ਜਿਹੜਾ ਬੰਦਾ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਵੇ, ਜਿਹਦੀਆਂ ਲੋੜਾਂ ਹੀ ਨਾ ਪੂਰੀਆਂ ਹੋਣ, ਉਹ ਕਿੱਧਰ ਨੂੰ ਜਾਵੇਗਾ। ਮੰਨੀਆਂ ਚਾਹੇ ਨਾ ਮੰਨੀਆਂ, ਪੰਜਾਬ ਦੀ ਜਿਹੜੀ 90% ਜ਼ਮੀਨ ਬੈਂਕਾਂ ਦੇ ਕੋਲ ਪਈ। ਇਸ ਗੱਲ ਨੂੰ ਪ੍ਰਵਾਨ ਕਰੀਏ ਚਾਹੇ ਨਾ, ਸਾਡੀ ਜ਼ਮੀਨ ਬੈਂਕਾਂ ਦੇ ਵਿੱਚ ਪਈ ਹੈ। ਹੁਣ ਅਸੀਂ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਵਾਂਗੇ। ਆਰਥਿਕ ਤੌਰ ਤੇ ਕਮਜ਼ੋਰ ਕਰਨ ਦਾ ਅੱਜ ਵੀ ਹੀਲਾ ਵਰਤਿਆ ਜਾ ਰਿਹਾ ਤੇ ਉਸ ਸਮੇਂ ਦੀਆਂ ਸਰਕਾਰਾਂ ਨੇ ਵੀ ਵਰਤਿਆ। ਸਮਾਂ ਸਨ 1726 ਦਾ ਤੇ ਉਸ ਸਮੇਂ ਦੀ ਸਰਕਾਰ ਜਿਹੜੀ ਹੈ ਉਹਨੇ ਵੀ ਆਪਣੇ ਇਲਾਕੇ ਭਰ ਦੇ ਵਿੱਚ, ਪੰਜਾਬ ਭਰ ਦੇ ਵਿੱਚ ਚੌਧਰੀਆਂ ਨੂੰ ਹੁਕਮ ਦੇ ਦਿੱਤਾ ਹੈ, ਜਿੱਥੇ ਵੀ ਕੁਝ ਸਿੱਖ ਮਿਲਦਾ ਹੈ ਉਹਨੂੰ ਤੰਗ ਕਰੋ, ਉਹਨੂੰ ਪਰੇਸ਼ਾਨ ਕਰੋ, ਉਹਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਦਿਓ। ਜਿਹੜੇ ਜੰਗ ਲੜਨ ਵਾਲੇ ਸਿੰਘ ਆ ਉਹ ਤੇ ਜੰਗਲਾਂ ਵਿੱਚ ਰਹਿੰਦੇ ਨੇ, ਉਹਨਾਂ ਵੱਲ ਤੇ ਕੋਈ ਮੂੰਹ ਨਹੀਂ ਕਰਦਾ, ਪਰ ਜਿਹੜੇ ਪਿੰਡਾਂ ਵਿੱਚ ਅਮਨ ਅਮਾਨ ਵਾਲੇ ਸਿੰਘ ਹੈ ਉਹਨਾਂ ਵੱਲ ਚੌਧਰੀਆਂ ਨੇ ਆਪਣਾ ਰੁਖ ਕੀਤਾ। ਹੁਣ ਸਭ ਤੋਂ ਪਹਿਲਾ ਤਰੀਕਾ ਲੱਭਿਆ ਵੀ ਉਹਨਾਂ ਦੀਆਂ ਫਸਲਾਂ ਉਜਾੜ ਦਿਓ। ਅਸੀਂ ਅੱਜ ਫਸਲਾਂ ਦੇ ਉਜਾੜੇ ਨੂੰ ਲੈ ਕੇ ਬੈਠੇ ਹਾਂ ਵੀ ਜ਼ਮੀਨ ਸਾਡੀ ਮਾਂ ਹੈ, ਸਾਡੀ ਮਾਂ ਸਾਡੇ ਹੱਥੋਂ ਜਾਂਦੀ ਰਹੇਗੀ। ਫਸਲ ਨੂੰ ਅਸੀਂ ਪੁੱਤਾਂ ਵਾਂਗ ਪਾਲਦੇ ਆ, ਸਾਡੀਆਂ ਫਸਲਾਂ ਦਾ ਸਾਨੂੰ ਮੁੱਲ ਨਹੀਂ ਮਿਲੇਗਾ। ਹੁਣ ਉਸ ਸਮੇਂ ਦੀ ਹਨੇਰੀ ਝੁੰਡੀ ਚੌਧਰੀਆਂ ਨੇ ਅੱਜ ਚੱਕ ਲਈ। ਜਿੱਥੇ ਵੀ ਕੋਈ ਸਿੱਖ ਖੇਤੀਬਾੜੀ ਕਰਦਾ ਅਮਨ ਅਮਾਨ ਦੇ ਨਾਲ ਆਪਣੇ ਪਿੰਡਾਂ ਵਿੱਚ ਰਹਿ ਰਿਹਾ, ਉਹਨਾਂ ਨੂੰ ਸਤਾਇਆ ਜਾ ਰਿਹਾ, ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿ ਸਾਡੇ ਤੋਂ ਤੰਗ ਆ ਕੇ ਜਾਂ ਤੇ ਇਲਾਕਾ ਛੱਡ ਜਾਣ ਜਾਂ ਫਿਰ ਸਾਡੇ ਅਧੀਨ ਹੋ ਜਾਣ, ਸਾਡੀ ਅਧੀਨਗੀ ਪ੍ਰਵਾਨ ਕਰ ਲੈਣ। ਨਸ਼ਹਿਰੇ ਦਾ ਚੌਧਰੀ ਸਾਹਿਬ ਰਾਏ
ਹੁਣ ਸਾਹਿਬ ਰਾਏ ਨੇ ਆਪ ਚੱਕੀਏ ਆਪਣੇ ਇਲਾਕੇ ਦੇ ਵਿੱਚ ਜਿੰਨੇ ਵੀ ਅਮਨ ਅਮਾਨ ਵਾਲੇ ਰਹਿਣ ਵਾਲੇ ਸਿੱਖ ਹੈ ਉਹਨਾਂ ਦੇ ਖੇਤਾਂ ਦੇ ਵਿੱਚ ਫਸਲਾਂ ਬੀਜੀਆਂ ਨੇ ਪਰ ਆਪਣੀਆਂ ਘੋੜੀਆਂ ਉਹਨਾਂ ਦੀਆਂ ਫਸਲਾਂ ਦੇ ਵਿੱਚ ਖੁੱਲੀਆਂ ਛੱਡਦੇ। ਹੁਣ ਜਿਸ ਫਸਲ ਨੂੰ ਕਿਸਾਨ ਪੁੱਤਾਂ ਨਾਲ ਪਾਲਦਾ ਹੈ ਕਿਸੇ ਗੈਰ ਦਾ ਪਸ਼ੂ ਆ ਕੇ ਉਹਦੇ ਵਿੱਚ ਮੂੰਹ ਮਾਰ ਜਾਵੇ ਕਦੇ ਬਰਦਾਸ਼ਤ ਕਰਦਾ ਹੈ ਬੰਦਾ? ਬਰਦਾਸ਼ਤ ਤੋਂ ਬਾਹਰ ਦੀ ਗੱਲ। ਹੁਣ ਉਹਨਾਂ ਸਿੱਖਾਂ ਨੇ ਇੱਕ ਦੋ ਦਿਨ ਵੇਖਿਆ ਵੀ ਅਸੀਂ ਇਸ ਤਰੀਕੇ ਦੇ ਨਾਲ ਇਹਨਾਂ ਘੋੜੀਆਂ ਨੂੰ ਬਾਹਰ ਕੱਢ ਦਿੰਦੇ ਆ ਪਰ ਨਹੀਂ ਗੱਲ ਰਾਸ ਆਈ ਰੋਜ਼ ਦਾ ਕੰਮ ਹੋ ਗਿਆ ਤੇ ਇੱਕ ਦਿਨ ਸਿੱਖ ਇਕੱਠੇ ਹੋ ਕੇ ਸਾਹਿਬ ਰਾਏ ਦੇ ਕੋਲ ਗਏ ਕਹਿਣਗੇ ਚੌਧਰੀ ਸਾਹਿਬ ਅਸੀਂ ਤੁਹਾਡਾ ਵਿਗਾੜਿਆ ਕੁਝ ਨਹੀਂ ਅਸੀਂ ਤੁਹਾਡੀ ਪਰਜਾ ਹਾਂ ਅਸੀਂ ਤੁਹਾਡੀ ਰਿਆਇਆ ਹਾਂ ਜੇ ਤੁਸੀਂ ਸਾਡੇ ਨਾਲ ਐਸੀਆਂ ਵਧੀਕੀਆਂ ਕਰੋਗੇ ਅਸੀਂ ਕਿੱਧਰ ਨੂੰ ਜਾਵਾਂਗੇ। ਕਹਿਣ ਲੱਗਾ ਕਿਹੜੀ ਵਧੀਕੀ? ਕਹਿੰਦੇ ਅਸੀਂ ਫਸਲ ਬੀਜੀਏ ਤੇ ਫਸਲ ਦੇ ਵਿੱਚ ਤੁਹਾਡੀਆਂ ਘੋੜੀਆਂ ਖੁੱਲੀਆਂ ਫਿਰਦੀਆਂ ਨੇ ਅਸੀਂ ਤੁਹਾਡੇ ਕਰੰਦਿਆਂ ਨੂੰ ਆਖਿਆ ਵੀ ਘੋੜੀਆਂ ਬੰਨ ਲਵੋ ਹੁਣ ਤੁਹਾਡੇ ਅੱਗੇ ਫਰਿਆਦੀ ਹੋ ਕੇ ਆਏ ਆ ਵੀ ਸਾਡੀ ਫਸਲ ਇੰਜ ਨਾ ਉਜਾੜੋ ਆਪਣੀਆਂ ਘੋੜੀਆਂ ਨੂੰ ਬੰਨ ਕੇ ਰੱਖੋ। ਹੁਣ ਚੌਧਰੀ ਸਾਹਿਬ ਰਾਏ ਹਕੂਮਤ ਦੇ ਨਸ਼ੇ ਵਿੱਚ ਅੰਨਾ ਹੋਇਆ ਉਹ ਕਹਿਣ ਲੱਗਾ ਘੋੜੀਆਂ ਤਾਂ ਸਿੱਖੋ ਮੈਂ ਬੰਨ ਲਵਾਂਗਾ। ਕਹਿਣ ਲੱਗੇ ਜੀ ਤੁਹਾਡਾ ਧੰਨਵਾਦ ਜੇਕਰ ਬੰਨ ਲਵੋਗੇ। ਕਹਿੰਦਾ ਮੈਂ ਇੰਜ ਨਹੀਂ ਬੰਨਾਂਗਾ ਤੁਹਾਡੇ ਕੇਸਾਂ ਦੇ ਰੱਸੇ ਬਣਾਵਾਂਗਾ ਉਹਨਾਂ ਰੱਸਿਆਂ ਦੇ ਨਾਲ ਘੋੜੀਆਂ ਬੰਨਾਂਗਾ। ਚੌਧਰੀ ਸਾਹਿਬ ਰਾਏ ਹਕੂਮਤ ਦੇ ਨਸ਼ੇ ਵਿੱਚ ਅੰਨਾ ਹੋਇਆ ਉਹਨਾਂ ਸਿੱਖਾਂ ਨੂੰ ਜਿਹੜਾ ਜਵਾਬ ਦਿੰਦਾ ਹੈ ਉਹਦਾ ਜ਼ਿਕਰ ਜਤਿੰਦਰ ਸਿੰਘ ਨੂਰਪੁਰੀ ਦੇ ਸਾਥੀ ਕਿਉਂ ਕਰਦੇ? ਸਾਡੇ ਬਣਾ ਕੇ ਰੱਸੇ ਬੰਨੂ ਘੋੜੀਆਂ ਕੇ ਸਾਡੇ ਬਣਾ ਕੇ ਰੱਸੇ ਬੰਨੂ ਘੋੜੀਆਂ ਉਹ ਕੇ ਸਾਡੇ ਬਣਾ ਕੇ ਰੱਸੇ ਬੰਨੂ ਘੋੜੀਆਂ। ਜਵਾਨੋਂ ਗੱਲਾਂ ਸੀ ਬਿਲੋੜੀਆਂ ਕਿ ਸਾਡੇ ਬਣਾ ਕੇ ਰੱਸੇ ਬੰਨੂ ਘੋੜੀਆਂ ਕਿ ਸਾਡੇ ਬਣਾ ਕੇ ਰੱਸੇ ਬੰਨੂ ਘੋੜੀਆਂ।
ਸਿੰਘ ਗਏ ਤੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਨੇ ਉਹਨੂੰ ਬੇਨਤੀ ਕਰਨ ਵਾਸਤੇ, ਪਰ ਸਾਹਿਬ ਰਾਏ ਦਾ ਜਵਾਬ ਸੁਣ ਕੇ ਸਿੱਖਾਂ ਦੇ ਸੀਨੇ ਜਿਹੜੇ ਅੱਗ ਬਲ ਉੱਠੇ। ਹੁਣ ਜਿਹੜਾ ਗੁਰੂ ਨਾਨਕ ਦੀ ਸਿੱਖੀ ਨਾਲ ਪਰਨਾਇਆ ਹੋਇਆ ਸਿੱਖ ਹੈ, ਉਹ ਕਦੋਂ ਇਹ ਗੱਲ ਬਰਦਾਸ਼ਤ ਕਰਦਾ ਵੀ ਤੁਹਾਡੇ ਕੇਸਾਂ ਦੇ ਰੱਸੇ ਬਣਾ ਕੇ ਮੈਂ ਘੋੜੀਆਂ ਬੰਨਾਂਗਾ? ਕਦੇ ਨਹੀਂ ਬਰਦਾਸ਼ਤ ਕਰੇਗਾ। ਅੰਮ੍ਰਿਤਧਾਰੀ ਸਿੱਖ ਨੂੰ ਕੋਈ ਇਹ ਗੱਲ ਆਖੇ ਵੀ ਤੇਰੇ ਮੈਂ ਕੇਸ ਕਤਲ ਕਰ ਦਿਆਂਗਾ, ਉਹਨਾਂ ਦੇ ਰੱਸੇ ਬਣਾ ਕੇ ਆਪਣੇ ਪਸ਼ੂਆਂ ਨੂੰ ਪਾ ਦਿਆਂਗਾ, ਕਦੋਂ ਬਰਦਾਸ਼ਤ ਕਰੇਗਾ? ਬਰਦਾਸ਼ਤ ਤੋਂ ਬਾਹਰ ਦੀ ਗੱਲ। ਪਰ ਸਿੱਖ ਸਿਆਣੇ ਸਨ, ਉਹਦੀ ਗੱਲ ਸੁਣ ਕੇ ਚੀਸ ਵੱਟ ਕੇ ਵਾਪਸ ਆ ਗਏ। ਗਿਣਤੀ ਵਿੱਚ ਥੋੜੇ ਸਮੇਂ ਸਾਹਿਬ ਰਾਏ ਦੇ ਗਲ ਪੈਂਦੇ, ਮਾਰੇ ਜਾਂਦੇ। ਸਿਆਣੇ ਸਨ। ਕੈਨੇਡਾ ਦੇ ਵਿੱਚ ਇੱਕ ਮੈਗਜ਼ੀਨ ਛਪਿਆ ਤੇ ਉਹਦੇ ਵਿੱਚ ਇੱਕ ਆਰਟੀਕਲ ਲੱਗਾ। ਉਹ ਆਰਟੀਕਲ ਲਿਖਣ ਵਾਲੇ ਨੇ ਇੱਕ ਗੱਲ ਲਿਖੀ। ਉਹ ਕਹਿੰਦਾ ਪੰਜਾਬੀ ਜਿਹੜੀ ਕੌਮ ਹੈ ਹੋਸ਼ੀ, ਸਿਆਣੀ ਨਹੀਂ, ਹੋਸ਼ੇ ਨੇ ਪੰਜਾਬੀ। ਉਹਦੇ ਪ੍ਰਤੀਕਰਮ ਦੇ ਵਿੱਚ ਉਹਨੂੰ ਬਹੁਤ ਸਾਰੀਆਂ ਮੇਲਾਂ ਗਈਆਂ ਵੀ ਤੂੰ ਕਿਵੇਂ ਕਹਿ ਸਕਦਾ। ਉਹਨੇ ਫਿਰ ਅਗਲਾ ਆਰਟੀਕਲ ਲਿਖਿਆ ਤੇ ਪੰਜਾਬੀਆਂ ਦੇ ਹੋਸ਼ੇਪਨ ਦਾ ਹਵਾਲਾ ਦਿੱਤਾ ਵੀ ਜੇ ਪੰਜਾਬੀ ਸਿਆਣੇ ਹੁੰਦੇ ਤੇ ਅੱਜ ਪੰਜਾਬੀਆਂ ਦੀ ਆਹ ਹਾਲਤ ਨਾ ਹੁੰਦੀ ਜੋ ਅੱਜ ਹੋਈ। ਜੇ ਸਿਆਣੇ ਅਸੀਂ ਹੋਸ਼ੇ ਆ, ਜਦੋਂ ਬਿਲਕੁਲ ਸਿਰ ਵਿੱਚ ਪੈਂਦੀ ਹੈ ਉਦੋਂ ਜਾਗਦੇ ਆ, ਪਹਿਲਾਂ ਅਸੀਂ ਨਹੀਂ ਜਾਗਦੇ। ਵਕਤ ਵਿਆਹ ਜਾਂਦਾ ਜਦੋਂ ਉਹਨਾਂ ਨੇ ਚੁੱਪ ਕੀਤੇ ਬਿੱਲ ਪਾਸ ਕਰ ਲਿਆ, ਅਸੀਂ ਕੁਝ ਨਹੀਂ ਕਰ ਸਕੇ, ਸਾਨੂੰ ਲੋਲੀਪੌਪ ਦਿੱਤੇ ਜਾ ਰਹੇ। ਹਰ ਕੋਈ ਰਾਜਨੀਤੀ ਦਾ ਰਾਹ ਪੱਧਰਾ ਕਰਨ ਵਾਸਤੇ, ਆਪਣੀ ਕੁਰਸੀ ਚੁਕਾਉਣ ਵਾਸਤੇ, ਆਪਣੀ ਵਜ਼ੀਰੀ ਬਚਾਉਣ ਵਾਸਤੇ, ਆਪਣੀ ਵਜ਼ੀਰੀ ਦਾ ਰਾਹ ਪੱਧਰਾ ਕਰਨ ਵਾਸਤੇ ਤੁਰ ਰਿਹਾ, ਪਰ ਹਕੀਕਤ ਤੋਂ ਸਾਰੇ ਕੋਹਾਂ ਤੋਂ। ਇਹ ਸਾਡੇ ਹੋਸ਼ੇਪਨ ਦਾ ਤਰੀਕਾ ਹੈ। ਜੇਕਰ ਇੱਕ ਸਾਲ ਫਸਲ ਚੰਗੀ ਵਿਕ ਗਈ, ਅਸੀਂ ਟਰੈਕਟਰ ਵੱਡਾ ਜ਼ਰੂਰ ਲੈ ਕਰਜ਼ਾ ਲੈ ਕੇ ਕੋਠੀਆਂ ਪਾਉਣੀਆਂ ਨੇ। ਇਹ ਸਾਡੇ ਦਿਵਾਲੀਏਪਨ ਦੀ ਨਿਸ਼ਾਨੀ ਹੈ। ਕਰਜ਼ਾ ਲੈ ਕੇ ਪਾਈ ਹੋਈ ਕੋਠੀ ਸੁੱਖ ਨਹੀਂ ਦੇਵੇਗੀ। ਹਾਂ, ਉਹਦੀ ਜਗ੍ਹਾ ਕਰਜ਼ਾ ਲੈ ਕੇ ਕੋਈ ਬਿਜ਼ਨਸ ਲਾਇਆ ਹੋਵੇ ਤੇ ਹੋ ਸਕਦਾ ਉਹਦੇ ਚੋਂ ਆਮਦਨ ਸ਼ੁਰੂ ਹੋਵੇ। ਧੀਆਂ ਪੁੱਤਾਂ ਦੇ ਵਿਆਹ ਦੇ ਉੱਤੇ ਬੇਲੋੜਾ ਖਰਚਾ ਕਰਨਾ, ਇਹ ਸਾਡੀ ਪੰਜਾਬੀਆਂ ਦੀ ਆਦਤ ਹੈ। ਕਿਉਂਕਿ ਅਸੀਂ ਅਸਲੀਅਤ ਤੋਂ ਕੋਹਾਂ ਦੂਰ ਚਲੇਗਾ, ਹੋਸ਼ਾਪਨ ਸਾਡੇ ਵਿੱਚ ਵਧੇਗਾ। ਜਿਵੇਂ ਜਿਵੇਂ ਹੋਸ਼ਾਪਨ ਸਾਡੇ ਵਿੱਚ ਵੱਧਦਾ ਗਿਆ, ਤਿਵੇਂ ਤਿਵੇਂ ਦੁਸ਼ਮਣ ਜਿਹੜਾ ਵਿਰੋਧੀ ਹੈ ਸਾਡਾ, ਉਹ ਸਾਡੇ ਇਸ ਹੋਸ਼ੇਪਨ ਦਾ ਫਾਇਦਾ ਚੁੱਕਦਾ। ਵੀ ਇਹ ਦੇਸ਼ ਪਾਸੇ ਮਸਤ ਹੋਇਆ ਹੈ, ਅਸੀਂ ਆਪਣੇ ਵਿਰਸੇ ਨੂੰ ਭੁੱਲ ਗਏ। ਜਦੋਂ ਕਿਸੇ ਕੌਮ ਨੂੰ ਮਾਰਨਾ ਹੋਵੇ, ਸ਼ੇਕਸਪੀਅਰ ਲਿਖਦਾ ਹੈ ਸਭ ਤੋਂ ਪਹਿਲਾਂ ਉਹਨੂੰ ਉਹਦੀ ਬੋਲੀ ਪੜ੍ਹਾ, ਫਿਰ ਉਹਦਾ ਇਤਿਹਾਸ ਪੜ੍ਹਾ ਦਿਓ। ਅੱਜ ਸਾਡੇ ਕੋਲੋਂ ਸਾਡਾ ਇਤਿਹਾਸ ਵੀ ਖੋਲਿਆ ਗਿਆ। ਸਾਡੀ ਬੋਲੀ ਖੋਣ ਦੇ ਯਤਨ ਹੈ। ਜੰਮੂ ਕਸ਼ਮੀਰ ਦੇ ਵਿੱਚੋਂ ਰਾਜਸਥਾਨ ਦੀ ਸਰਕਾਰ ਨੇ ਖਤਮ ਕਰ ਦਿੱਤੀ ਹੈ ਪੰਜਾਬੀ ਬੋਲੀ। ਅਸੀਂ ਵੀ ਪੰਜਾਬੀ ਬੋਲਣ ਦੇ ਵਿੱਚ ਮਾਣ ਮਹਿਸੂਸ ਨਹੀਂ ਕਰਦੇ। ਸਾਡੇ ਬੱਚੇ ਮਾਡਲ ਸਕੂਲਾਂ ਵਿੱਚ ਪੜ੍ਹਦੇ ਨੇ, ਪੜ੍ਹਾਉਣੇ ਚਾਹੀਦੇ ਨੇ। ਮੈਂ ਇਸ ਗੱਲ ਦੀ ਤਾਈਦ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦੇਣੀ ਚਾਹੀਦੀ ਹੈ। ਸਮੇਂ ਦੇ ਹਾਣ ਦਾ ਬਣਾਉਣਾ ਚਾਹੀਦਾ ਹੈ। ਵੱਧ ਤੋਂ ਵੱਧ ਭਾਸ਼ਾਵਾਂ ਉਹਨਾਂ ਨੂੰ ਸਿਖਾਉਣੀਆਂ ਚਾਹੀਦੀਆਂ ਨੇ। ਪਰ ਮਾਸੀ ਦੇ ਬਦਲੇ ਮਾਂ ਨੂੰ ਤੇ ਘਰੋਂ ਨਹੀਂ ਕੱਢਦੀ ਗੱਲ, ਉਹਨੂੰ ਤੇ ਅਸੀਂ ਸਿਆਣਾ ਨਹੀਂ ਕਰਾਂਗੇ। ਮੈਂ ਦੇਖਿਆ ਵਿਦੇਸ਼ਾਂ ਵਿੱਚ ਜਾ ਕੇ ਤਕਰੀਬਨ ਹਰੇਕ ਗੁਰਦੁਆਰੇ ਦੇ ਨਾਲ ਪੰਜਾਬੀ ਸਕੂਲ ਖੁੱਲੇ ਤੇ ਸਾਡੇ ਉਹਨਾਂ ਦੀ ਹੋੜ ਲੱਗੀ ਹੈ ਵੀ ਆਪਣੇ ਬੱਚਿਆਂ ਨੂੰ ਅਸੀਂ ਪੰਜਾਬੀ ਸਿਖਾਈਏ ਵਿਦੇਸ਼ਾਂ ਵਿੱਚ ਵਸਣ ਵਾਲਿਆਂ ਨੂੰ। ਤੇ ਸਾਡੀ ਦੌੜ ਲੱਗੀ ਹੋਈ ਹੈ ਵੀ ਸਾਡੇ ਬੱਚੇ ਅੰਗਰੇਜ਼ੀ ਸਿਖਾਓ, ਜੰਮ ਕੇ ਸਿਖਾਓ। ਕੇਵਲ ਅੰਗਰੇਜ਼ੀ ਕਿਉਂ, ਦੁਨੀਆ ਦੀਆਂ ਹੋਰ ਭਾਸ਼ਾਵਾਂ ਵੀ ਸਿਖਾਓ ਆਪਣੇ ਬੱਚਿਆਂ ਨੂੰ, ਪਰ ਉਹਦੇ ਬਦਲੇ ਪੰਜਾਬੀ ਦਾ ਤਿਆਗ, ਉਹਦੇ ਬਦਲੇ ਆਪਣੇ ਹੋਸ਼ੇਪਨ ਦਾ, ਦਿਵਾਲੀਆਪਨ ਦਾ ਆਗਾਜ਼ ਨਾ ਕਰੋ। ਇਸ ਗੱਲ ਨੂੰ ਸਾਹਮਣੇ ਨਾ ਲਿਆਓ। ਆਪਣੇ ਬੱਚਿਆਂ ਨੂੰ ਦੱਸੋ ਵੀ ਸਾਡਾ ਵਿਰਸਾ ਕੀ ਸੀ। ਆਪਣੇ ਬੱਚਿਆਂ ਨੂੰ ਦੱਸੋ ਵੀ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਕੀ ਕਿਹਾ ਹੈ।
ਅੱਜ ਅਸੀਂ ਘਰਾਂ ਵਿੱਚ ਬੈਠ ਕੇ ਸ਼ਰਾਬ ਪੀਣੀ ਹੋਵੇ ਤੇ ਆਪਣੇ ਬੱਚਿਆਂ ਨੂੰ ਆਵਾਜ਼ ਦੇ ਕੇ ਪਾਣੀ ਮੰਗਦੇ ਆ, ਜੇ ਪਾਣੀ ਭਰਨੀ ਹੋਵੇ ਤੇ ਦਰਵਾਜ਼ੇ ਬੰਦ ਕਰ ਦਿੰਦੇ ਆ। ਆਹ ਹਾਲਾਤ ਨੇ। ਇਹ ਸੱਚਾਈ ਹੈ, ਦੁਖਾਂਤ ਹੈ ਸਾਡਾ ਪੰਜਾਬ। ਸਾਡਾ ਵਿਰਸਾ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਸਰਤਾਜ ਸਿੰਘ ਬੈਠੇ ਨੇ, ਕਿਵੇਂ ਅਸੀਂ ਗੁਰਬਾਣੀ ਦੇ ਅਰਥ ਕਰਾਂਗੇ ਭਾਈ ਸਾਹਿਬ? ਕੋਲੂ, ਚਰਖਾ, ਚੱਕੀ, ਚੱਕ, ਹਲ, ਵਰੋਲੇ, ਬਹੁਤ ਤਰ੍ਹਾਂ ਕਿੱਥੋਂ ਲਿਆਵਾਂਗੇ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਦੇ? ਕਿਵੇਂ ਗੁਰਬਾਣੀ ਦੇ ਅਰਥ ਕਰਾਂਗੇ? ਲਾਟੂ, ਮਧਾਣੀਆਂ, ਅਨਗਾ, ਇਹ ਸਭ ਕੁਝ ਸਾਡੇ ਕੋਲੋਂ ਜਾਂਦਾ ਰਿਹਾ। ਸਾਡਾ ਵਿਰਸਾ ਸੀ ਪਰ ਨਹੀਂ ਰਿਹਾ ਸਾਡਾ। ਸਭ ਤੋਂ ਪਹਿਲਾਂ ਉਹਨਾਂ ਨੇ ਸਾਡਾ ਵਿਰਸਾ ਤਬਾਹ ਕੀਤਾ। ਸਾਡੀ ਇੱਕ ਨਸਲ ਜਿਹੜੀ ਹੈ ਝੂਠੇ ਮੁਕਾਬਲਿਆਂ ਦੇ ਵਿੱਚ ਮਾਰ ਦਿੱਤੀ ਗਈ। ਹੁਣ ਦੂਸਰੀ ਨਸਲ ਦੀਆਂ ਜੜ੍ਹਾਂ ਦੇ ਵਿੱਚ ਤੇਲ ਚੋ ਦਿੱਤਾ ਗਿਆ ਨਸ਼ੇ ਦਾ। ਅਸੀਂ ਸਾਰੇ ਕਹਿੰਦੇ ਹਾਂ ਵੀ ਨਸ਼ਾ ਮਾੜਾ ਹੈ, ਪਰ ਕਿੰਨੇ ਕੁ ਜਾਣੇ ਸਾਡੇ ਵਿੱਚ ਬੈਠੇ ਨੇ ਜਿਹੜੇ ਇਹ ਯਤਨ ਕਰਦੇ ਹੋਈਏ ਕਮ ਸੇ ਕਮ ਜਿਸ ਮਹੱਲੇ ਗਲੀ ਚ ਵਿੱਚ ਰਹਿੰਦੇ ਆ ਉੱਥੋਂ ਦੇ ਲੋਕਾਂ ਨੂੰ ਤੇ ਸਮਝਾ ਸਕੀਏ ਵੀ ਨਸ਼ੇ ਦੀ ਆਦਤ ਮਾੜੀ ਹੈ, ਨਸ਼ੇ ਤੋਂ ਬਚੋ। ਕਿੰਨੇ ਕੁ ਲੋਕ ਨੇ ਯਤਨ ਕਰਦੇ? ਕਿ ਪਾਕਿਸਤਾਨ ਦੇ ਨਾਲ ਕੇਵਲ ਪੰਜਾਬ ਦਾ ਹੀ ਬਾਰਡਰ ਲੱਗਦਾ, ਕਿਸੇ ਹੋਰ ਸੂਬੇ ਦਾ ਨਹੀਂ ਲੱਗਦਾ? ਰਾਜਸਥਾਨ ਦਾ ਲੱਗਦਾ, ਸਭ ਤੋਂ ਲੰਮਾ ਗੁਜਰਾਤ ਦਾ ਬਾਰਡਰ ਲੱਗਦਾ ਹੈ। ਉੱਥੇ ਨਸ਼ੇ ਕਿਉਂ ਨਹੀਂ ਆਉਂਦੇ? ਇੱਕ ਕਿਸਾਨੀ ਦੇ ਨਾਲ ਜੁੜੀ ਹੋਈ ਉਦਾਹਰਨ ਮੈਂ ਅਕਸਰ ਦਿਆ ਕਰਦਾ। ਸਰਕਾਰ ਕਹਿੰਦੀ ਵੀ 16 ਜੂਨ ਤੋਂ ਪਹਿਲਾਂ 15 ਜੂਨ ਤੋਂ ਪਹਿਲਾਂ ਝੋਨਾ ਨਹੀਂ ਬੀਜਣਾ, ਤੁਸੀਂ ਬੀਜ ਕੇ ਦਿਓ। ਸੰਬੰਧਿਤ ਜ਼ਿਲ੍ਹੇ ਦਾ ਡੀਸੀ ਆਪ ਆਣ ਕੇ ਵਹਾ ਜਾਂਦਾ ਜਾਂ ਉਹਦੇ ਕਹਿੰਦੇ ਆ ਕੇ ਵਹਾ ਜਾਂਦਾ। ਸਰਕਾਰ ਦਾ ਆਦੇਸ਼ ਹੈ, ਸਖਤੀ ਨਾਲ ਲਾਗੂ ਹੈ, ਤੁਸੀਂ ਨਹੀਂ ਬੀਜ ਸਕਦੇ। ਹੁਣ ਜੇਕਰ ਸਰਕਾਰ ਚਾਹਵੇ ਵੀ ਮੈਂ ਨਸ਼ਾ ਨਹੀਂ ਵਿਕਣ ਦੇਣਾ ਤੇ ਵਿਕ ਜਾਵੇ। ਇਹਦਾ ਸਿੱਧਾ ਜਿਹਾ ਅਰਥ ਹੈ ਵੀ ਸਰਕਾਰ ਚਾਹੁੰਦੀ ਹੈ ਪੰਜਾਬੀਆਂ ਦੇ ਨਸਲਾਂ ਨੂੰ ਹੁਣ ਨਸ਼ੇ ਦੇ ਨਾਲ ਮਾਰਨਾ। ਇੱਕ ਹੋਰ ਅਸੀਂ ਤਰੀਕਾ ਕੱਢਿਆ, ਅਸਲ ਦੇ ਵਿੱਚ ਸਾਡੀ ਮਜਬੂਰੀ ਹੈ, ਤਰੀਕੇ ਮਜਬੂਰੀ ਦੇ ਵਿੱਚ ਲੋੜ ਕਾਰ ਦੀ ਮਾਂ ਹੈ। ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਇੱਥੇ ਸੁਰੱਖਿਅਤ ਨਹੀਂ। ਅਸੀਂ ਇੱਕ ਲਾਹਾ ਲਿਆ ਵੀ ਵਿਦੇਸ਼ਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਆਈਲੈਸ ਸੈਂਟਰ ਜਗ੍ਹਾ ਜਗ੍ਹਾ ਤੇ ਸਾਡੇ ਬੱਚੇ IPS ਬਣਦਾ ਕੋਈ, IAS ਬਣਦਾ ਕੋਈ। ਜਿੰਨੇ IPS ਅਫਸਰ ਨੇ ਬਹੁਤਾਤ ਉਹਨਾਂ ਦੇ ਵਿੱਚ ਬਿਹਾਰ ਕੇਡਰ ਦੇ ਲੋਕਾਂ ਨੂੰ। ਪੰਜਾਬ ਦਾ ਕੋਈ ਬੱਚਾ ਇਹ ਪੜ੍ਹਾਈ ਨਹੀਂ ਕਰਦਾ, ਅਫਸਰ ਨਹੀਂ ਬਣਦਾ। ਉਹਦਾ ਇੱਕੋ ਏਮ ਆ ਮੈਂ ਕੈਨੇਡਾ ਜਾਣਾ ਤੇ ਉੱਥੇ ਜਾ ਕੇ ਟਰੱਕ ਡਰਾਈਵਰ ਬਣਨਾ। ਫਿਰ ਅਸੀਂ ਪੰਜਾਬ ਦਾ ਭਵਿੱਖ ਤਲਾਸ਼ਦੇ ਹਾਂ। ਹੁਣ ਇੱਕ ਤਰੀਕਾ ਹੈ ਵੀ ਕਿਸੇ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਦੇ ਹੋ ਤੇ 1726 ਵਿੱਚ ਮੁਗਲਾਂ ਦੀ ਸਰਕਾਰ ਹੈ, ਉਹਨੇ ਸਿੱਖਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਦਾ ਇੱਕ ਤਰੀਕਾ ਲੱਭ ਲਿਆ ਵੀ ਇਹਨਾਂ ਦੇ ਘਰ ਘਾਟ ਉਜਾੜ ਦਿਓ, ਇਹਨਾਂ ਦੇ ਸਿਰਾਂ ਦੇ ਮੁੱਲ ਰੱਖ ਦਿਓ, ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਤਬਾਹ ਕਰਦੇ ਉਹਨਾਂ ਦੀਆਂ ਫਸਲਾਂ ਉਜਾੜ ਦਿਓ। ਤੇ ਜਦੋਂ ਫਸਲਾਂ ਉਜਾੜੀਆਂ ਜਾ ਰਹੀਆਂ ਨੇ ਉਦੋਂ ਸਿੱਖ ਬੇਨਤੀ ਕਰਨ ਗਏ ਤੇ ਸਾਹਿਬ ਰਾਏ ਕਹਿੰਦਾ ਤੁਹਾਡੇ ਕੇਸਾਂ ਦੇ ਰੱਸੇ ਬਣਾ ਕੇ ਮੈਂ ਘੋੜੀਆਂ ਬਣਾਉਂਗਾ। ਹੁਣ ਸਿੱਖਾਂ ਨੇ ਇਹ ਸੁਣ ਕੇ ਸਬਰ ਦਾ ਘੁੱਟ ਭਰ ਲਿਆ, ਵਾਪਸ ਆ ਗਏ। ਹੁਣ ਇਕੱਠੇ ਹੋਏ ਨੇ ਸਿੱਖ। ਅਸੀਂ ਵੀ ਅੱਜ ਦਰਦ ਰੱਖ ਕੇ ਇਕੱਠੇ ਹੋਏ ਨਾ, ਸਾਡੇ ਅੰਦਰ ਦੁੱਖ ਹੈ ਤਾਂ ਹੀ ਇਕੱਠੇ ਹੋਏ ਨੇ। ਦੁੱਖ ਦਾ ਸੰਕੇਤ ਹੈ ਜਦੋਂ ਦੁੱਖ ਆਉਂਦਾ ਸਭ ਤੋਂ ਪਹਿਲਾਂ ਭੁੱਖ ਜਾਂਦੀ ਹੈ ਬੰਦੇ, ਉਦੋਂ ਰੋਟੀ ਪਾਣੀ ਦੀ ਸੁੱਧ ਨਹੀਂ ਰਹਿੰਦੀ। ਭੁੱਖ ਦਾ ਚਲੇ ਜਾਣਾ ਇਸ ਗੱਲ ਦਾ ਸੰਕੇਤ ਹੈ ਵੀ ਕੋਈ ਦੁੱਖ ਆ ਰਿਹਾ ਹੈ। ਹੁਣ ਇਹ ਜਿਹੜੇ ਸਿੱਖਾਂ ਨੂੰ ਰੋਟੀ ਪਾਣੀ ਚੰਗਾ ਨਹੀਂ ਲੱਗਦਾ, ਇਹ ਇਕੱਠੇ ਹੋਏ ਨੇ। ਇਕੱਠੇ ਹੋ ਕੇ ਇਹਨਾਂ ਨੇ ਵਿਚਾਰ ਕੀਤੀ ਵੀ ਕਿਵੇਂ ਰੋਕਿਆ ਜਾਵੇ। ਸਾਡੀ ਗਿਣਤੀ ਇਲਾਕੇ ਵਿੱਚ ਬੜੀ ਥੋੜੀ ਹੈ। ਇੱਕ ਸਿਆਣਾ ਬਜ਼ੁਰਗ ਵਿੱਚੋਂ ਕਹਿੰਦਾ ਪਿਆਰਿਓ ਕੋਈ ਐਸਾ ਤਰੀਕਾ ਲੱਭੀਏ ਜਿਹਦੇ ਨਾਲ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਬਚ ਜਾਵੇ। ਕਹਿੰਦੇ ਕੀ ਕਰਨਾ ਚਾਹੀਦਾ? ਕਹਿੰਦੇ ਆਪ ਅਸੀਂ ਪਾਸੇ ਰਹੀਏ, ਕੋਈ ਐਸਾ ਬੰਦਾ ਲੱਭੀਏ ਜਿਹੜਾ ਸਾਹਿਬ ਰਾਏ ਦੀਆਂ ਘੋੜੀਆਂ ਫੜ ਕੇ ਲੈ ਜਾਵੇ। ਘਰਿਆਲੇ ਪਿੰਡ ਦਾ ਸਰਦਾਰ ਲਖਮੀਰ ਸਿੰਘ, ਉਹਦੇ ਤੱਕ ਪਹੁੰਚ ਕੀਤੀ ਗਈ। ਉਹਦੇ ਨਾਲ ਇੱਕ ਹੋਰ ਸਿੰਘ ਰਲਿਆ ਬਘੇਲ ਸਿੰਘ। ਹੁਣ ਇਹਨਾਂ ਨੂੰ ਸਾਰੀ ਗੱਲ ਦੱਸੀਏ। ਉਹ ਕਹਿੰਦਾ ਸਾਡੀ ਜ਼ਿੰਮੇਵਾਰੀ ਹੈ ਵੀ ਅਸੀਂ ਕਿਵੇਂ ਕਰਨਾ ਹੈ। ਇੱਕ ਦਿਨ ਸਿੱਖਾਂ ਦੇ ਖੇਤਾਂ ਵਿੱਚ ਚਰਦੀਆਂ ਹੋਈਆਂ ਘੋੜੀਆਂ ਨੂੰ ਰੱਸੇ ਵੱਢ ਕੇ ਇਹ ਜਿਹੜੇ ਲਖਮੀਰ ਸਿੰਘ ਤੇ ਬਘੇਲ ਸਿੰਘ ਲੈ ਗਏ ਨੇ। ਇਹਨਾਂ ਨੇ ਦਰਿਆ ਪਾਰ ਕਰਕੇ ਸਰਦਾਰ ਆਲਾ ਸਿੰਘ ਪਟਿਆਲੇ ਵਾਲੇ ਦੇ ਕੋਲੇ ਘੋੜੀਆਂ ਵੇਚੀਆਂ। ਹੁਣ ਘੋੜੀਆਂ ਗਾਇਬ ਹੋ ਗਈਆਂ ਤੇ ਸਾਹਿਬ ਰਾਏ ਦਾ ਗੁੱਸਾ ਸਿੱਖਾਂ ਦੇ ਉੱਤੇ।
ਉਹ ਕਹਿੰਦਾ ਤੁਸੀਂ ਮੇਰੀਆਂ ਘੋੜੀਆਂ ਨੂੰ ਫੜਿਆ। ਉਹ ਕਹਿੰਦੇ ਜਨਾਬ ਅਸੀਂ ਤੇ ਤੁਹਾਡੇ ਕੋਲ ਬੇਨਤੀ ਕਰਨ ਵਾਸਤੇ ਗਏ ਸੀ। ਜੇ ਸਾਡੇ ਵਿੱਚ ਇੰਨੀ ਹਿੰਮਤ ਹੁੰਦੀ ਬੇਨਤੀ ਕਿਉਂ ਕਰਦੇ? ਅਸੀਂ ਤਾਂ ਪਿਆਰ ਨਾਲ ਤੁਹਾਨੂੰ ਬੇਨਤੀ ਕਰਨ ਵਾਸਤੇ ਗਏ ਸੀ, ਪਰ ਤੁਸੀਂ ਨਹੀਂ ਪ੍ਰਵਾਨ ਕੀਤੀ। ਅਸੀਂ ਇਸ ਗੱਲ ਬਾਰੇ ਕੋਈ ਨਹੀਂ ਜਾਣਦੇ। ਉਹਨੇ ਸੂਈਏ ਛੱਡ ਦਿੱਤੀ ਵੀ ਪਤਾ ਕਰੋ ਵੀ ਕਿੱਥੇ ਤੇ ਕੌਣ ਲੈ ਗਿਆ ਘੋੜੀਆਂ ਨੂੰ। ਗੱਲ ਨਿਕਲਦੀ ਆ ਗਈ ਵੀ ਸਰਦਾਰ ਬਘੇਲ ਸਿੰਘ ਤੇ ਲਖਮੀਰ ਸਿੰਘ ਘਰਿਆਲੇ ਪਿੰਡ ਵਾਲਾ ਉਹਨਾਂ ਨੇ ਘੋੜੀਆਂ ਫੜੀਆਂ ਤੇ ਘੋੜੀਆਂ ਅੱਗੇ ਵੀ। ਹੁਣ ਇਸ ਗੱਲ ਦਾ ਪਤਾ ਸਰਦਾਰ ਬਘੇਲ ਸਿੰਘ ਨੂੰ ਵੀ ਲੱਗ ਗਿਆ ਵੀ ਸਾਹਿਬ ਰਾਏ ਨੂੰ ਪਤਾ ਲੱਗ ਗਿਆ। ਉਹਦੇ ਨਾਲਦਿਆਂ ਨੇ ਆਖਿਆ ਸਰਦਾਰ ਬਘੇਲ ਸਿੰਘ ਤੇਰੇ ਨਾਮ ਦਾ ਪਤਾ ਲੱਗ ਗਿਆ, ਤੇਰੇ ਨਾਮ ਦੀ ਤਸਦੀਕ ਹੋ ਗਈ ਏ, ਤੂੰ ਕੁਝ ਦਿਨ ਆਸੇ ਪਾਸੇ ਹੋ। ਡੱਲ ਤੇ ਵਾਂ ਦੋ ਪਿੰਡ ਨੇ ਪੱਕੀ ਦੇ ਉੱਥੇ ਦਾ ਰਹਿਣ ਵਾਲਾ ਸਰਦਾਰ ਤਾਰਾ ਸਿੰਘ ਨੇ ਇੱਕ ਡੇਰਾ ਬਣਾਇਆ ਹੋਇਆ ਹੈ ਜਿਹਦੇ ਵਿੱਚ ਉਸ ਸਮੇਂ ਤੇ ਜੁਝਾਰੂ ਸਿੰਘ ਰਿਹਾ ਕਰਦੇ ਸਨ, ਖਾਰਕੂ ਸਿੰਘ ਰਿਹਾ ਕਰਦੇ ਸਨ। ਉੱਥੇ ਹਰ ਵਕਤ ਲੰਗਰ ਚੱਲਦਾ ਸੀ। ਉਹਨਾਂ ਸਿੱਖਾਂ ਤੋਂ ਬਿਨਾਂ ਵੀ ਕੋਈ ਆ ਜਾਂਦਾ ਸੀ ਉਹਨੂੰ ਵੀ ਲੰਗਰ ਮਿਲਦਾ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਨੂੰ ਨਿਕਾਰ ਕੋਈ ਉੱਥੇ ਲੰਗਰ ਮਿਲਦਾ ਹੈ। ਸਰਦਾਰ ਬਘੇਲ ਸਿੰਘ ਚਲਾ ਗਿਆ ਭਾਈ ਤਾਰਾ ਸਿੰਘ ਮਾਂ ਦੇ ਡੇਰੇ ਦੇ ਵਿੱਚ ਤੇ ਸਾਹਿਬ ਰਾਏ ਖੁਰਾਕ ਖੋਲ ਲੱਭਦਾ ਉਹਨੂੰ ਇਹ ਖਬਰ ਮਿਲ ਗਈ ਵੀ ਬਘੇਲ ਸਿੰਘ ਇਸ ਵਕਤ ਭਾਈ ਤਾਰਾ ਸਿੰਘ ਦੇ ਡੇਰੇ ਵਿੱਚ ਆਪਣੇ ਨਾਲ ਕੁਝ ਕੁ ਫੌਜ ਲੈ ਕੇ ਸੈਂਕੜੇ ਬੰਦੇ ਲੈ ਕੇ ਉਹ ਭਾਈ ਤਾਰਾ ਸਿੰਘ ਮਾਂ ਦੇ ਡੇਰੇ ਅੱਗੇ ਆ ਕਰ ਗਿਆ। ਆਵਾਜ਼ ਦਿੱਤੀ। ਭਾਈ ਤਾਰਾ ਸਿੰਘ ਨੇ ਦਰਵਾਜ਼ਾ ਖੋਲਿਆ। ਇੱਕ ਬਹੁਤ ਵੱਡੀ ਹਵੇਲੀ ਦਾ ਵਾਗੜਾ ਵੜਿਆ ਹੈ। ਉਹਦੇ ਵਿੱਚ ਲੱਕੜ ਦਾ ਫਾਟਕ ਲੱਗਾ ਹੋਇਆ ਹੈ। ਉਹਦੇ ਬਾਹਰ ਇੱਕ ਬਹੁਤ ਡੂੰਘਾ ਟੋਆ ਪੁੱਟ ਕੇ ਉਹਦੇ ਵਿੱਚ ਅੱਗ ਬਲਦੀ ਰੱਖੀ ਜਾਂਦੀ ਹੈ ਤਾਂ ਕਿ ਸਿਆਲਾਂ ਦੇ ਦਿਨਾਂ ਦੇ ਵਿੱਚ ਕੋਈ ਵੀ ਆਵੇ ਉੱਥੇ ਅੱਗ ਸੇਕ ਲਵੇ, ਕਿਉਂਕਿ ਰਾਤ ਬਰਾਤੇ ਵੀ ਸਿੰਘ ਨਿਕਲਦੇ ਸਨ। ਅੰਦਰ ਲੰਗਰ ਚੱਲਦਾ ਰਹਿੰਦਾ ਹੈ। ਹੁਣ ਆਵਾਜ਼ ਦਿੱਤੀ ਹੈ। ਭਾਈ ਤਾਰਾ ਸਿੰਘ ਮਾਂ ਨੇ ਦਰਵਾਜ਼ਾ ਖੋਲਿਆ ਤੇ ਕਹਿਣ ਲੱਗੇ ਚੌਧਰੀ ਸਾਹਿਬ ਤੁਸੀਂ ਇੱਥੇ? ਕਹਿਣ ਲੱਗਾ ਹਾਂ। ਕਹਿਣ ਲੱਗਾ ਸਾਧੂ ਸੁਭਾਅ ਬਣਨ ਦੀ ਲੋੜ ਨਹੀਂ, ਤੇਰੇ ਬਾਣਾ ਤੇ ਸਾਧੂਆਂ ਵਾਲਾ ਕੰਮ ਚੋਰਾਂ ਵਾਲੇ ਕਰਦਾ ਹੈ। ਕਹਿਣ ਲੱਗਾ ਜੀ ਗੱਲ ਦੱਸੋ। ਭਾਈ ਤਾਰਾ ਸਿੰਘ ਕਹਿੰਦਾ ਗੱਲ ਤੇ ਦੱਸੋ। ਬੜਾ ਮਾਣ ਸਤਿਕਾਰ ਹੈ ਇਲਾਕੇ ਵਿੱਚ ਭਾਈ ਤਾਰਾ ਸਿੰਘ। ਕਹਿੰਦਾ ਗੱਲ ਤੇ ਦੱਸੋ ਵੀ ਕਿਹੜੀ ਗੱਲ ਕਰਨ ਵਾਸਤੇ ਆਏ ਹੋ? ਉਹ ਕਹਿੰਦਾ ਤੇਰੇ ਡੇਰੇ ਦੇ ਅੰਦਰ ਮੇਰੇ ਚੋਰ ਛੁਪੇ ਹੋਏ। ਕਹਿੰਦਾ ਕਿਹੜੇ ਚੋਰ? ਕਹਿੰਦਾ ਸਰਦਾਰ ਬਘੇਲ ਸਿੰਘ। ਉਹ ਕਹਿੰਦਾ ਤੈਨੂੰ ਕਿਹਨੇ ਆਖਿਆ ਵੀ ਉਹ ਚੋਰ ਹੈ? ਕਹਿੰਦਾ ਉਹਨਾਂ ਨੇ ਮੇਰੀਆਂ ਘੋੜੀਆਂ ਵੇਚੀਆਂ ਨੇ, ਚੋਰੀ ਕੀਤੀਆਂ ਨੇ, ਅਗਾਂਹ ਵੇਚ ਦਿੱਤੀਆਂ, ਮੇਰੇ ਚੋਰ ਮੇਰੇ ਹਵਾਲੇ ਕਰ ਦੇ। ਭਾਈ ਤਾਰਾ ਸਿੰਘ ਕਹਿੰਦਾ ਸਾਹਿਬ ਰਾਏ ਮੈਨੂੰ ਸਾਰੀ ਗੱਲ ਦਾ ਪਤਾ ਹੈ। ਸਿੱਖਾਂ ਨੇ ਤੇਰੇ ਕੋਲ ਜਾ ਕੇ ਬੇਨਤੀ ਕੀਤੀ ਸੀ ਕਿ ਆਪਣੀਆਂ ਘੋੜੀਆਂ ਨੂੰ ਬੰਨ੍ਹ ਕੇ ਰੱਖ, ਤੂੰ ਜਿਹੜਾ ਜਵਾਬ ਦਿੱਤਾ ਸੀ ਉਹ ਵੀ ਮੈਨੂੰ ਪਤਾ ਹੈ ਤੇ ਸਿੱਖ ਕਦੇ ਵੀ ਇਹ ਗੱਲ ਬਰਦਾਸ਼ਤ ਨਹੀਂ ਕਰੇਗਾ। ਉਹਦੇ ਕੇਸਾਂ ਵੱਲ ਕੋਈ ਨਹੀਂ। ਜਦ ਅਸੀਂ ਅਰਦਾਸ ਕਰਦੇ ਹਾਂ ਦਾਨਾਂ ਦੀ ਗੱਲ ਆਉਂਦੀ ਆ ਉਹਦੇ ਵਿੱਚ ਕਿਸੇ ਹੋਰ ਪ੍ਰਕਾਰ ਦਾ ਦਾਨ ਨਹੀਂ ਮੰਗਿਆ ਜਾਂਦਾ, ਕੇਵਲ ਕੇਸ ਦਾਨ ਮੰਗਿਆ ਜਾਂਦਾ, ਕਿਉਂਕਿ ਬਾਕੀ ਦੇ ਕਕਾਰ ਤੇ ਅਸੀਂ ਮੁੱਲ ਲੈ ਕੇ ਪਾ ਲੈਂਦੇ ਹਾਂ। ਕੜਾ ਵੀ ਮੁੱਲ ਲੈ ਕੇ ਪਾਇਆ ਜਾ ਸਕਦਾ ਹੈ, ਕਿਰਪਾਨ ਵੀ ਮੁੱਲ ਲੈ ਕੇ ਪਾਈ ਜਾ ਸਕਦੀ, ਕਸ਼ਹਿਰਾ ਕੰਘਾ ਮੁੱਲ ਲਿਆ ਜਾ ਸਕਦਾ ਹੈ, ਪਰ ਕੇਸ ਮੁੱਲ ਲੈ ਕੇ ਨਹੀਂ ਦਾੜੀ ਤੇ ਲਾਇਆ ਜਾ ਸਕਦਾ। ਸ਼ੀਸ਼ ਤੇ ਕੇਸ ਮੁੱਲ ਲੈ ਕੇ ਨਹੀਂ ਲਾਇਆ ਜਾ ਸਕਦਾ। ਇਸ ਕਰਕੇ ਅਰਦਾਸ ਵਿੱਚ ਕੇਸ ਦਾ ਮੰਗਿਆ ਜਾਂਦਾ ਹੈ। ਤੇ ਸਾਹਿਬ ਰਾਏ ਦੀਆਂ ਗੱਲਾਂ ਸੁਣ ਕੇ ਸਰਦਾਰ ਤਾਰਾ ਸਿੰਘ ਕਹਿੰਦਾ ਸਾਹਿਬ ਰਾਏ ਚੰਗੀ ਚਾਹੁੰਦਾ ਵਾਪਸ ਚਲਾ ਜਾ। ਹੁਣ ਸਾਹਿਬ ਰਾਏ ਕੁਝ ਮਾੜੇ ਸ਼ਬਦ ਬੋਲਿਆ, ਸਿੰਘਾਂ ਨੇ ਅੰਦਰ ਆਵਾਜ਼ ਸੁਣ ਲਈਏ, ਉਹਦੀ ਚੰਗੀ ਘੌੜੀ ਲਾਹੀ ਤੇ ਫੁੰਬ ਠਪਵਾ ਕੇ ਸਾਹਿਬ ਰਾਏ ਵਾਪਸ ਚਲਾ। ਹੁਣ ਉਹਨੇ ਜਾ ਕੇ ਪੱਟੀ ਦੇ ਫੌਜਦਾਰ ਜਾਫਰ ਬੇਗ ਦੇ ਕੋਲ ਗੱਲ ਆਖੀ। ਕਹਿਣ ਲੱਗਾ ਫੌਜਦਾਰ ਸਾਹਿਬ ਤੁਹਾਡੇ ਹੁੰਦਿਆਂ ਸਿੱਖਾਂ ਨੇ ਅੱਤ ਚੁੱਕੀ ਹੈ, ਤੁਹਾਡਾ ਹੁਕਮ ਹੈ, ਲਾਹੌਰ ਤੋਂ ਸੂਬੇਦਾਰ ਜ਼ਕਰੀਆ ਖਾਨ ਦਾ ਹੁਕਮ ਤੁਹਾਡੇ ਕੋਲ ਪਹੁੰਚਾ, ਤੁਸੀਂ ਸਾਨੂੰ ਦਿੱਤਾ ਹੁਕਮ ਤੇ ਜਦੋਂ ਅਸੀਂ ਹੁਕਮ ਦੀ ਤਾਮੀਰ ਕਰ ਰਹੇ ਹਾਂ ਤੇ ਸਿੱਖ ਸਾਡੇ ਵਿਰੋਧੀ ਬਣ ਖੜੇ ਨੇ। ਉਹਨਾਂ ਨੇ ਮੇਰੀਆਂ ਘੋੜੀਆਂ ਚੋਰੀ ਕਰ ਲਈਆਂ। ਜਦ ਮੈਂ ਚੋਰਾਂ ਨੂੰ ਫੜਨ ਗਿਆ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਤੇ ਜਾਫਰ ਬੇਗ ਲੈ ਕੇ ਫੌਜ ਭਾਈ ਤਾਰਾ ਸਿੰਘ ਮਾਂ ਦੇ ਡੇਰੇ ਵੱਲ ਤੁਰ ਪਿਆ ਹੈ। ਹੁਣ ਹਮਾਰੇ ਰਾਤ ਦਾ ਵਕਤ ਹੈ, ਇਹਨਾਂ ਦੇ ਮਨ ਦਾ ਖਿਆਲ ਹੈ ਵੀ ਅਸੀਂ ਤੜਕੇ ਹੁੰਦੀਆਂ ਜਾ ਕੇ ਹਮਲਾ ਕਰ ਦੇਵਾਂਗੇ, ਸੁੱਤੇ ਪਏ ਸਿੰਘਾਂ ਨੂੰ ਨੱਪ ਲਵਾਂਗੇ, ਸਾਡਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਇਹ ਅੰਮ੍ਰਿਤ ਵੇਲਾ ਹੋ ਚੁੱਕਾ ਹੈ। ਜਦੋਂ ਇਹ ਭਾਈ ਤਾਰਾ ਸਿੰਘ ਮਾਂ ਦੇ ਡੇਰੇ ਦੇ ਕੋਲ ਪਹੁੰਚਿਆ ਹੈ ਤੇ ਇੱਧਰ ਉਹੀ ਸਰਦਾਰ ਬਘੇਲ ਸਿੰਘ ਜਿਹਦੇ ਤੋਂ ਗੱਲ ਸ਼ੁਰੂ ਹੁੰਦੀ ਹੈ, ਉਹੀ ਸਰਦਾਰ ਬਘੇਲ ਸਿੰਘ ਹੱਥ ਵਿੱਚ ਲੈ ਕੇ ਪਾਣੀ ਦਾ ਗੜਵਾ, ਇੱਕ ਹੱਥ ਵਿੱਚ ਬਰਛਾ ਹੈ, ਮੋਢੇ ਤੇ ਬੰਦੂਕ ਵੀ ਹੈ। ਇਹ ਜੰਗਲ ਪਾਣੀ ਜਾ ਰਿਹਾ ਹੈ। ਹੁਣ ਇਹਦੇ ਕੰਨਾਂ ਵਿੱਚ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਪਈ।
ਸਹਿਜੇ ਸਹਿਜੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਨੇੜੇ ਆਉਂਦੀ ਜਾਂਦੀ ਹੈ ਤੇ ਸਰਦਾਰ ਬਘੇਲ ਸਿੰਘ ਗਰਜ ਕੇ ਕਹਿੰਦਾ ਕੌਣ ਹੈ ਤੇ ਬਘੇਲ ਸਿੰਘ ਦੀ ਆਵਾਜ਼ ਸਾਹਿਬ ਰਾਏ ਪਛਾਣਦਾ ਹੈ। ਕੁਝ ਹੋਰ ਬੰਦੇ ਪਛਾਣਦੇ ਨੇ। ਉਹਨਾਂ ਨੇ ਜਾਫਰ ਬੇਗ ਨੂੰ ਆਖਿਆ, ਕਹਿਣ ਲੱਗੇ ਖਾਨ ਸਾਹਿਬ ਆਹੀ ਬਘੇਲ ਸਿੰਘ ਹੈ ਜਿਹੜਾ ਘੋੜੀਆਂ ਕੱਢ ਕੇ ਲੈ ਗਿਆ। ਇਹਨੇ ਨੂੰ ਉਹਨੇ ਛੱਡਿਆ ਜਕਾਰਾ। ਅੰਦਰ ਡੇਰੇ ਵਿੱਚ ਬੈਠੇ ਸਿੰਘਾਂ ਨੂੰ ਲੱਗ ਗਿਆ ਪਤਾ ਗਹਿ ਕੇ ਜੰਗ ਹੋਇਆ। ਇਸ ਜੰਗ ਦੇ ਵਿੱਚ ਜਾਫਰ ਬੇਗ ਦੇ ਭਰਾ ਮਾਰੇ। ਹੁਣ ਜਾਫਰ ਬੇਗ ਦੇ ਭਰਾ ਮਾਰੇ ਗਏ ਨੇ ਤੇ ਜਾਫਰ ਬੇਗ ਪਿੱਛੇ ਹਟ ਗਿਆ। ਉਹਦੇ ਭਰਾਵਾਂ ਦੀਆਂ ਲਾਸ਼ਾਂ ਚੱਕਣ ਦੀ ਉਹਦੇ ਵਿੱਚ ਹਿੰਮਤ ਨਹੀਂ। ਲਾਗਲੇ ਪਿੰਡ ਵਿੱਚ ਗਿਆ, ਉੱਥੋਂ ਦੇ ਨੰਬਰਦਾਰ ਨੂੰ ਭੇਜਿਆ, ਜਾ ਕੇ ਮੇਰੀਆਂ ਜਿਹੜੀਆਂ ਮੇਰੇ ਭਰਾਵਾਂ ਦੀਆਂ ਲਾਸ਼ਾਂ ਲਿਆ ਕੇ ਲੈ। ਉਹਨਾਂ ਨੇ ਆ ਕੇ ਭਾਈ ਤਾਰਾ ਸਿੰਘ ਦੇ ਡੇਰੇ ਵਿੱਚ ਬੇਨਤੀ ਕੀਤੀ, ਲਾਸ਼ਾਂ ਚੁੱਕੇ ਇਹਨੂੰ ਦਿੱਤੀਆਂ ਨੇ। ਇਹ ਆਪਣੇ ਭਰਾਵਾਂ ਦੀਆਂ ਲਾਸ਼ਾਂ ਚੁਕਾ ਕੇ ਜਾਫਰ ਬੇਗ ਸਿੱਧਾ ਪਹੁੰਚਾ ਲਾਹੌਰ ਜ਼ਕਰੀਆ ਖਾਨ ਦੇ ਦਰਬਾਰ ਵਿੱਚ। ਉਹਦੇ ਸਾਹਮਣੇ ਰੱਖ ਕੇ ਲਾਸ਼ਾਂ ਆਪਣੇ ਭਰਾਵਾਂ ਦੀਆਂ ਆਪਣੇ ਸਿਰ ਤੋਂ ਪੱਗ ਉਤਾਰ ਕੇ ਜਿਵੇਂ ਸਿੰਘਾਂ ਦੇ ਮਰਖਲਾ ਤੋੜ ਰਿਹਾ, ਜੋ ਕੁਝ ਜ਼ਕਰੀਆ ਖਾਨ ਦੇ ਕੰਨ ਭਰ ਰਿਹਾ, ਜੋ ਕੁਝ ਕਹਿ ਰਿਹਾ, ਉਸ ਸਮੇਂ ਦਾ ਹਵਾਲਾ ਇਉਂ ਦਿੱਤਾ ਜਾਂਦਾ।
ਆਪ ਸਾਰੀਆਂ ਸੰਗਤਾਂ ਦੇ ਵੱਲੋਂ ਜਿੰਨੇ ਵੀ ਗੁਰਮੁਖਾਰੇ ਵੀਰ ਬੈਠੇ ਹੋ ਸਾਰਿਆਂ ਵੱਲੋਂ ਇਤਿਹਾਸ ਦੇ ਸਤਿਕਾਰ ਵਿੱਚ ਬਿਆਨ ਮਾਨ ਭੇਜਿਆ ਗਿਆ। ਬਹੁਤ ਬਹੁਤ ਧੰਨਵਾਦ ਕਰਦਾ ਵੀਰ ਸਰਤਾਜ ਸਿੰਘ ਜੀ ਬਾਕਮਾਲ ਕਥਾਵਾਚਕ ਨੇ, ਉਹਨਾਂ ਵੱਲੋਂ ਬਿਆਨ ਪਾਇਆ। ਗਿਆਨੀ ਸੰਤੋਖ ਸਿੰਘ ਜੀ, ਗਿਆਨੀ ਸੁਖਵੀਰ ਸਿੰਘ ਜੀ ਚੌਹਾਨ, ਹੋਰ ਪ੍ਰਬੰਧਕਾਂ ਵੱਲੋਂ ਬਿਆਨ ਪਾਇਆ। ਆਓ ਜੋ ਗੱਲ ਮੈਂ ਤੁਹਾਡੀ ਸੇਵਾ ਵਿੱਚ ਕਹਿ ਰਿਹਾ ਸੀ, ਮੈਨੂੰ ਲੱਗਦਾ ਸੈਕਟਰੀ ਸਾਹਿਬ ਮੇਰੇ ਕੋਲ ਆ ਗਏ ਨੇ। ਠੀਕ ਹੈ ਜੀ, ਮੈਂ ਆਰੰਭ ਵਿੱਚ ਇਹਨਾਂ ਕੋਲੋਂ ਸਮਾਂ ਪੁੱਛਿਆ ਸੀ, ਕਹਿੰਦੇ ਜੀ ਤੁਹਾਡੀ ਮਰਜ਼ੀ ਹੈ। ਮੈਂ ਹੁਣ ਸੋਚਿਆ ਵੀ ਸ਼ਾਇਦ ਮੇਰੀ ਗੱਲ ਕੱਟ ਦੇਣਗੇ। ਆ ਜੋ ਗੱਲ ਮੈਂ ਤੁਹਾਡੀ ਸੇਵਾ ਦੇ ਵਿੱਚ ਕਹਿ ਰਿਹਾ ਸੀ, ਹੁਣ ਜਾਫਰ ਬੇਗ ਆਪਣੇ ਭਰਾਵਾਂ ਤੇ ਭਤੀਜਿਆਂ ਦੀਆਂ ਲਾਸ਼ਾਂ ਹਟਾ ਕੇ ਲਾਹੌਰ ਜਾ ਪਹੁੰਚਾਏ ਤੇ ਲਾਹੌਰ ਜੱਗੀਆਂ ਖਾਨ ਦੇ ਲੱਗੇ ਹੋਏ ਦਰਬਾਰ ਦੇ ਵਿੱਚ ਉਹਦੇ ਸਾਹਮਣੇ ਆਪਣੇ ਭਰਾਵਾਂ ਦੀਆਂ ਲਾਸ਼ਾਂ ਰੱਖੀਆਂ ਤੇ ਕਹਿਣ ਲੱਗਾ, ਖਾਨ ਸਾਹਿਬ ਅੱਜ ਮੇਰੇ ਭਰਾ ਸਿੱਖਾਂ ਨੇ ਮਾਰ ਦਿੱਤੇ ਨੇ, ਸਿਰ ਤੋਂ ਪੱਗ ਉਤਾਰੀਏ। ਉਹਦੇ ਕਦਮਾਂ ਵਿੱਚ ਆਪਣੀ ਪੱਗ ਰੱਖ ਕੇ ਉਹ ਕਹਿੰਦਾ, ਮੈਂ ਤਾਂ ਬਚਦਾ ਜੇਕਰ ਸਿੱਖਾਂ ਕੋਲੋਂ ਬਦਲਾ ਲਿਆ, ਸਿੱਖਾਂ ਦੇ ਘਰ ਘਾਟ ਉਜਾੜ ਦਿੱਤੇ ਜਾਣ, ਸਿੱਖਾਂ ਦੀਆਂ ਜ਼ਮੀਨਾਂ ਜਾਇਦਾਦਾਂ ਉੱਤੇ ਕਬਜ਼ਾ ਕਰ ਲਿਆ ਜਾਵੇ। ਤੇ ਇਸ ਪੁਆੜੇ ਦੀ ਜੜ ਹੈ ਬਾਕੀਆਂ ਨੂੰ ਪਨਾਹ ਦੇਣ ਵਾਲਾ ਵਾਹ ਪਿੰਡ ਦਾ ਤਾਰਾ ਸਿੰਘ। ਉਹਨੇ ਆਪਣੇ ਖੇਤਾਂ ਦੇ ਵਿੱਚ ਵਾੜਾ ਵੜਿਆ ਹੋਇਆ ਹੈ, ਡੇਰਾ ਬਣਾਇਆ ਹੋਇਆ ਹੈ, ਜਿੱਥੇ ਉਹ ਬਾਕੀਆਂ ਨੂੰ ਪਨਾਹ ਦਿੰਦਾ ਹੈ। ਹੁਣ ਅੱਜ ਦੀ ਸਰਕਾਰ ਵੀ ਚਾਹੁੰਦੀ ਹੈ ਵੀ ਕਿਸਾਨਾਂ ਦੀਆਂ ਜ਼ਮੀਨਾਂ ਹਥਿਆ ਲਈਆਂ। ਹੋਵੇਗਾ ਕੀ, ਇਹ ਜਿਹੜੇ ਰਜਵਾੜੇ ਲੋਕ ਨੇ, ਕਾਰਪੋਰੇਟ ਘਰਾਣੇ ਨੇ, ਅਸਲ ਦੇ ਵਿੱਚ ਸਰਕਾਰ ਨੂੰ ਚਲਾਉਣ ਵਾਲੇ ਇਹ ਲੋਕ, ਇਹ ਕਾਰਪੋਰੇਟ ਘਰਾਣੇ ਆਉਣਗੇ ਪੰਜਾਬ ਦੇ ਵਿੱਚ, ਇਹ ਲਾਲਚ ਦੇਣਗੇ ਜੇ ਕਿਸੇ ਦੀ ਜ਼ਮੀਨ 50,000 ਨੂੰ ਠੇਕੇ ਦੇ ਉੱਤੇ ਆ, ਉਹ ਆਖਣਗੇ ਅਸੀਂ 70,000 ਨੂੰ ਦੇਵਾਂਗੇ, ਅਸੀਂ ਐਡੇ ਲਾਲਚੀ, ਅਸੀਂ 70,000 ਨੂੰ ਦਿਆਂਗੇ, ਦੇ ਦੇਵਾਂਗੇ ਬਿਨਾਂ ਸੋਚੇ ਸਮਝੇ। ਉਹ 10 ਤੋਂ 15 ਸਾਲ ਦਾ ਕੰਟਰੈਕਟ ਕਰਨਗੇ ਤੁਹਾਡੇ ਨਾਲ, ਗਵਾਂਢੀ ਦੀ ਜ਼ਮੀਨ ਵੀ ਲੈਣਗੇ। ਉਹ ਜਿਹੜਾ ਕੰਟਰੈਕਟ ਕਰਨਗੇ ਉਹਦੇ ਵਿੱਚ ਇੱਕ ਮੱਦ ਹੋਵੇਗੀ ਵੀ ਤੁਹਾਡੇ ਖੇਤਾਂ ਦੀਆਂ ਅਸੀਂ ਵੱਟਾਂ ਚੁੱਕ ਦਿਆਂਗੇ, ਕੋਈ ਰਾਹ ਨਹੀਂ ਦੇਵੇਗਾ, ਕੋਈ ਵੱਟ ਨਹੀਂ ਰਹੇਗਾ। ਇਵੇਂ ਜਦੋਂ ਗਵਾਂਢੀ ਨਾਲ ਕਰਨਗੇ ਕੰਟਰੈਕਟ, ਇਵੇਂ ਤੀਸਰੇ ਨਾਲ ਉਹ 400-500 ਕਿੱਲੇ ਦਾ ਇੱਕ ਪਲਾਟ ਬਣਾਉਣਗੇ। ਉਹ 400-500 ਕਿੱਲੇ ਦਾ ਪਲਾਟ ਬਣਾਉਣਗੇ, ਫਿਰ ਤੁਹਾਨੂੰ ਇੱਕ ਹੋਰ ਲਾਭ ਦੇਣਗੇ। ਤੁਹਾਨੂੰ ਠੇਕਾ ਤੇ ਵੱਧ ਆਉਣਾ ਸ਼ੁਰੂ ਹੋ ਗਿਆ, ਫਿਰ ਤੁਹਾਨੂੰ ਲਾਲਚ ਦੇਣਗੇ ਵੀ ਤੁਸੀਂ ਸਾਡੇ ਕੋਲ ਕੰਮ ਕਰ ਸਕਦੇ, ਜੌਬ ਕਰ ਸਕਦੇ, ਤੁਸੀਂ ਆਪਣੇ ਖੇਤਾਂ ਵਿੱਚ ਆਪ ਮਜ਼ਦੂਰ ਬਣ ਜਾਓ। ਜ਼ਮੀਨ ਵੀ ਤੁਹਾਡੀ, ਕਿਉਂਕਿ ਲਾਲਚੀ ਹੈ ਬੰਦਾ, ਲਾਲਚ ਬਸ ਸੋ ਕੇ ਅਸੀਂ ਆਪਣੇ ਖੇਤਾਂ ਵਿੱਚ ਮਜ਼ਦੂਰ ਬਣ ਜਾਵਾਂਗੇ। ਪਰ 15 ਸਾਲ ਉਹਨਾਂ ਖੇਤਾਂ ਦੇ ਵਿੱਚ ਕੰਮ ਕਰਦਿਆਂ ਤੁਹਾਨੂੰ ਭੁੱਲ ਜਾਵੇਗਾ, ਤੁਹਾਡੀ ਮਾਨਸਿਕਤਾ ਦੇ ਵਿੱਚ ਇਹ ਗੱਲ ਨਿਕਲ ਜਾਵੇਗੀ ਵੀ ਇਹ ਜ਼ਮੀਨ ਸਾਡੀ। ਇਸ ਤਰੀਕੇ ਦੇ ਨਾਲ ਤੁਹਾਨੂੰ ਬਾਦਸ਼ਾਹੋਂ ਘਸਿਆਰੇ ਬਣਾ ਦੇਣਾ ਹੈ। ਇਹ 2 ਸਾਲ ਵੇਖੋ, ਅਜੇ 2 ਸਾਲ ਇਹਨਾਂ ਧਰਨਿਆਂ ਦੇ ਵਿੱਚੋਂ ਤੁਹਾਨੂੰ ਆਕਸੀਜਨ ਮਿਲੇਗੀ। 2 ਸਾਲਾਂ ਬਾਅਦ ਦੇਖੋ ਤੁਹਾਡੀ ਸੰਗੀ ਕਿਵੇਂ ਫੜਦੇ। ਮੈਂ ਵੀ ਵਿੱਚੇ ਆ ਗਿਆ, ਇਹਨਾਂ ਸਮਝੋ ਮੈਂ ਤੁਹਾਨੂੰ ਕਹਿ ਰਿਹਾ। ਬਹੁਤ ਸਾਰੀਆਂ ਉਦਾਹਰਨਾਂ ਬਾਕੀ ਸਟੇਟਾਂ ਦੀਆਂ ਸਾਡੇ ਸਾਹਮਣੇ। ਕੈਨੇਡਾ ਵਰਗੇ ਮੁਲਕ ਦੇ ਵਿੱਚ ਕਿਸਾਨਾਂ ਨੇ ਫਾਹੇ ਲਾਏ, ਇਹੋ ਜਿਹਾ ਆਰਡੀਨੈਂਸ, ਇਹੋ ਜਿਹਾ ਬਿੱਲ ਆਉਣ ਤੋਂ ਬਾਅਦ ਜਿਹੜੇ ਅਗਾਂਹ ਵਧੂ ਅਸੀਂ ਦੇਸ਼ ਆਖਦੇ ਹਾਂ, ਯੂਰਪ ਦੇ ਬਹੁਤ ਸਾਰੇ ਦੇਸ਼ ਜਿੱਥੇ ਕਿਸਾਨੀ ਮਰਨ ਕਿਨਾਰੇ ਆ, ਕੀ ਕਰਾਂਗੇ ਅਸੀਂ? ਜੇਕਰ ਸਰਕਾਰਾਂ ਚਾਹਣ ਇਹਨੂੰ ਬਦਲਿਆ ਜਾ ਸਕਦਾ ਹੈ, ਪਰ ਸਰਕਾਰਾਂ ਚਾਹੁੰਦੀਆਂ ਨਹੀਂ ਕਰਦੇ। ਉਹ ਤੁਹਾਨੂੰ ਇਹਨਾਂ ਕੰਮਾਂ ਦੇ ਵਿੱਚ ਉਲਝਾ ਕੇ ਰੱਖਣਾ ਚਾਹੁੰਦੀਆਂ ਨੇ ਸਰਕਾਰਾਂ। ਤੁਸੀਂ ਇਸ ਕੰਮ ਦੇ ਵੱਲ ਧਿਆਨ ਦੇਵੋ, ਇਹਨਾਂ ਧਰਨਿਆਂ ਦੇ ਵਿੱਚ ਮੋਰਚਿਆਂ ਵਿੱਚ ਫਸੇ ਰਹੋ, ਸਰਕਾਰਾਂ ਆਪਣਾ ਰਾਹ ਪੱਧਰਾ ਕਰਨਾ ਚਾਹੁੰਦੀਆਂ। ਸਾਡੇ ਬੁੱਧੀਜੀਵੀ ਉੱਠਣ, ਉਹ ਇੱਕ ਪੈਨਲ ਤਿਆਰ ਕਰਨ। ਸਾਡੇ ਜਿਹੜੇ ਲੀਡਰ ਆ, ਹੁਣ ਕਿੱਡਾ ਚੰਗਾ ਹੁੰਦਾ ਵੀ ਜਦੋਂ ਇਹ ਆਰਡੀਨੈਂਸ ਲਿਆਂਦਾ ਗਿਆ ਸੀ, ਸਾਡੇ 13 MP ਨੇ ਪੰਜਾਬ ਦੇ, 13 ਦੇ 13 ਹੀ ਅਸਤੀਫਾ ਦੇ ਕੇ ਅੱਜ ਸਾਡੇ ਵਿੱਚ ਬੈਠੇ ਹੁੰਦੇ ਤੇ ਕੀ ਮਜਾਲ ਸੀ, ਸਰਕਾਰ ਹਿਲਦੀ ਨਾ। ਜੇ ਇੱਕ ਸਟੇਟ ਦੇ ਦਿੰਦੇ, ਦੂਜੀ ਸਟੇਟ ਵਿੱਚ ਇੱਕ ਬਿੱਲ ਲਾਗੂ ਹੋਇਆ, ਉਹ ਅਸਤੀਫਾ ਦਿੰਦੇ, ਕਿਉਂ ਨਾ ਸਰਕਾਰ ਹਿਲਦੀ। ਸਾਡੀ ਪਾਰਟੀ ਕੋਈ ਵੀ ਹੋ ਸਕਦੀ ਹੈ, ਤੁਹਾਡੀ ਤੇ ਮੇਰੀ। ਹਰ ਬੰਦਾ ਕਿਤੇ ਨਾ ਕਿਤੇ ਵੋਟ ਤੇ ਪਾਉਂਦਾ ਹੈ ਨਾ, ਪਰ ਮੈਂ ਪੋਲੀਟੀਕਲ ਐਂਗਲ ਤੋਂ ਬੋਲ ਨਹੀਂ ਰਿਹਾ, ਮੈਂ ਵੀ ਤੁਹਾਡੇ ਵਰਗਾ ਬਣ ਕੇ ਤੁਹਾਡੇ ਵਿੱਚ ਬੋਲ ਰਿਹਾ। ਜੇ ਸਾਡੀ ਵੋਟ ਸ਼ਰਾਬ ਦੀ ਬੋਤਲ ਬਦਲੇ ਵਿਕਦੀ ਹੈ, ਇੱਕ
ਬੋਤਲ ਸ਼ਰਾਬ ਦੀ ਇੱਕ ਵੋਟ ਦਾ ਮੁੱਲ ਤੇ ਅਸੀਂ ਕਿਹਦੇ ਕੋਲੋਂ ਅਧਿਕਾਰ ਮੰਗਾਂਗੇ? ਕੀ ਹੱਕ ਰੱਖਦੇ ਆ? ਸ਼ਰਾਬ ਦੀਆਂ ਬੋਤਲਾਂ ਬਦਲੇ ਦਿੱਤੀਆਂ ਹੋਈਆਂ ਵੋਟਾਂ ਵਾਲੇ ਕਦੇ ਹੱਕ ਨਹੀਂ ਮੰਗ ਸਕਦੇ। ਇਹ 4 ਦਿਨ ਇੱਥੇ ਬੈਠਾਂਗੇ, ਘਰ ਨੂੰ ਚਲੇ ਜਾਵਾਂਗੇ। ਮੈਂ ਤੁਹਾਨੂੰ ਨਿਰਾਸ਼ਾ ਨਹੀਂ ਦੇ ਰਿਹਾ, ਉਦਾਸ ਨਹੀਂ ਕਰ ਰਿਹਾ, ਹਕੀਕਤ ਦੱਸ ਰਿਹਾ। ਜੇਕਰ ਕਰਨਾ ਹੈ ਤੇ ਇਹਦਾ ਕੋਈ ਪਲਾਨ ਬਣਾਓ। ਅਨਪਲਾਨਡ ਕੰਮ ਹਮੇਸ਼ਾ ਫੇਲ ਹੋਇਆ ਕਰਦਾ। ਹੁਣ ਇਸ ਜਾਫਰ ਬੇਗ ਆਪਣੇ ਭਰਾਵਾਂ ਦੀਆਂ ਲਾਸ਼ਾਂ ਰੱਖ ਕੇ ਆਖਦਾ ਹੈ, ਜੇਕਰ ਮੈਨੂੰ ਬਦਲਾ ਲੈ ਦਿਓਗੇ ਠੀਕ ਹੈ, ਨਹੀਂ ਕਿ ਮੈਂ ਤੁਹਾਡੇ ਦਰਬਾਰ ਦੇ ਵਿੱਚ ਜ਼ਹਿਰ ਖਾ ਕੇ ਮਰ ਜਾਵਾਂਗਾ। ਚੱਕਰੇ ਅੱਖਾਂ ਨੇ ਆਪਣੇ ਫੌਜਦਾਰ ਮੋਮਨ ਖਾਨ ਨੂੰ ਬੁਲਾਇਆ। ਮੋਮਨ ਖਾਨ ਨੂੰ ਸਾਰੀ ਗੱਲ ਸਮਝਾਈ ਹੈ। 2000 ਫੌਜ ਦਿੱਤੀ ਹੈ ਤੇ ਭਾਈ ਤਾਰਾ ਸਿੰਘ ਵਾਂ ਦੇ ਡੇਰੇ ਉੱਤੇ ਹਮਲਾ ਕਰਨ ਦਾ ਹੁਕਮ ਹੈ। ਉਹਦੇ ਨਾਲ ਜਰਨੈਲ ਤਕੀ ਬੇਗ, ਉਹਦੇ ਨਾਲ ਜ਼ਾਫਰ ਬੇਗ, ਉਹਦੇ ਕੁਝ ਹੋਰ ਕਰਿੰਦੇ, ਹੋਰ ਚੰਗੇ ਚੰਗੇ ਜਰਨੈਲ ਲਾਲਾ ਨੇ ਨਾਲ ਤਿਆਰੀਆਂ ਆਰੰਭ ਦਿੱਤੀਆਂ ਨੇ। ਚੰਗੇ ਹਥਿਆਰ ਲਾਲੇ ਨੇ ਸਿੱਖਾਂ ਨੂੰ ਮਾਰਨ ਵਾਸਤੇ। ਇੱਧਰ ਸਿੱਖਾਂ ਦੀ ਗਿਣਤੀ 40 ਤੋਂ 50 ਦੇ ਵਿਚਕਾਰ, ਕਿਸੇ ਨੇ 52 ਵੀ ਲਿਖਿਆ। ਹੁਣ ਗਿਣਤੀ ਦੇ ਸਿੱਖਾਂ ਨੂੰ ਫੜਨ ਵਾਸਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜ ਲਾਹੌਰੋਂ ਚੜ੍ਹਨ ਲੱਗੀ ਏ ਤੇ ਲਾਹੌਰ ਵਿੱਚ ਵੀ ਕੁਝ ਸਿੱਖ ਰਹਿੰਦੇ ਨੇ। ਉਹਨਾਂ ਨੇ ਜਦੋਂ ਇਹ ਗੱਲ ਸੁਣੀ ਏ, ਉਹ ਕਹਿੰਦੇ ਵੀ ਭਾਈ ਤਾਰਾ ਸਿੰਘ ਤੇ ਧਰਮਾਤਮਾ ਬੰਦਾ ਹੈ, ਉਹ ਤੇ ਹਰ ਕਿਸੇ ਦੀ ਮਦਦ ਕਰਨ ਵਾਲਾ ਹੈ, ਉਹ ਬੇਕਸੂਰ ਹੈ, ਉਹ ਨਿਰਦੋਸ਼ਾ ਹੈ। ਉਹਦੇ ਡੇਰੇ ਉੱਤੇ ਫੌਜ ਚੜ੍ਹ ਕੇ ਜਾ ਰਹੀ ਹੈ, ਕੋਈ ਤਰੀਕਾ ਵਰਤੀਏ ਤੇ ਭਾਈ ਤਾਰਾ ਸਿੰਘ ਨੂੰ ਸੁਨੇਹਾ ਦੇ। ਉਹਨਾਂ ਨੇ ਇੱਕ ਬੰਦਾ ਤਿਆਰ ਕੀਤਾ, ਲਾਹੌਰੋਂ ਤੋੜ ਦਿੱਤਾ ਵਾਂ ਪਿੰਡ ਵੱਲ। ਪੁੱਛਦਾ ਪਛਾਣਦਾ ਭਾਈ ਤਾਰਾ ਸਿੰਘ ਵਾਂ ਦੇ ਡੇਰੇ ਉੱਤੇ ਪਹੁੰਚ ਗਿਆ ਹੈ। ਆ ਕੇ ਉਹਨੇ ਸਾਰੀ ਗੱਲ ਦੱਸੀ ਹੈ ਤੇ ਭਾਈ ਸਾਹਿਬ ਮੋਮਨ ਖਾਨ ਫੁਗਰਾ ਲੈ ਕੇ ਆ ਰਿਹਾ ਹੈ, ਤੁਸੀਂ ਕੁਝ ਦਿਨਾਂ ਵਾਸਤੇ ਡੇਰਾ ਛੱਡ ਕੇ ਚਲੇ ਜਾਓ ਤੇ ਇਸ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਭਾਈ ਤਾਰਾ ਸਿੰਘ ਕਹਿੰਦਾ ਨਹੀਂ, ਇਹ ਕਦੇ ਨਹੀਂ ਹੋ ਸਕਦਾ। ਮੈਂ ਡਰਦਾ ਚਲਾ ਜਾਵਾਂ, ਜਦ ਮੈਂ ਕੋਈ ਕਸੂਰ ਹੀ ਨਹੀਂ ਕੀਤਾ, ਗੁਨਾਹ ਹੀ ਕੋਈ ਨਹੀਂ ਕੀਤਾ, ਤੇ ਫਿਰ ਮੈਂ ਡੇਰਾ ਛੱਡ ਕੇ ਕਿਉਂ ਜਾਵਾਂ? ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਚਲਾ ਜਾਵਾਂਗਾ। ਬੜੀ ਹੈਰਾਨੀ ਦੀ ਗੱਲ ਹੈ। ਇੱਕ ਮੋਰਚਾ ਅਸੀਂ ਇੱਥੇ ਲਾਇਆ, ਇੱਕ ਮੋਰਚਾ ਅੰਮ੍ਰਿਤਸਰ, ਇੱਕ ਸਰੂਪ ਗੁਰਦੁਆਰੇ ਵਿੱਚ ਉਠਾ ਕੇ ਇਸ਼ਤਿਹਾਰ ਲਾ ਦਿੱਤੇ ਜਾਂਦੇ ਨੇ ਵੀ ਸਾਡੇ ਕੋਲ ਜੇਕਰ ਲੱਭ ਸਕਦੇ ਤੇ ਲੱਭ ਲਵੋ। ਪੂਰੇ ਦਾ ਪੂਰਾ ਪੰਜਾਬ ਇਵੇਂ ਸੜਕਾਂ ਦੇ ਉੱਤੇ ਬੈਠਾ, ਉੱਤੇ ਗੱਡੀਆਂ ਚੱਲਦੀਆਂ ਨੇ ਨਾ, ਇਹ ਵੀ ਬੰਦ ਸੀ। ਅੱਗ ਲੱਗੀ ਪੰਜਾਬ ਨੂੰ। ਕਿਸੇ ਗੈਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਠਾਇਆ ਸੀ, ਪਰ ਜਿਹੜੀ ਸਾਡੀ ਮੁਖੀ ਸੰਸਥਾ ਹੈ 328 ਸਰੂਪ ਉਹਨੇ ਗਾਇਬ ਕਰ ਦਿੱਤੇ। ਤੇ ਅਸੀਂ ਕਿਹਦੇ ਕੋਲੋਂ ਹਿਸਾਬ? ਹੱਕ ਤੇ ਸਾਡਾ ਬਣਦਾ ਹੈ ਨਾ ਕਿ ਸਾਡੀ ਮੁਖੀ ਸੰਸਥਾ ਦੇ ਕੋਲ ਵੀ ਇਹਨਾਂ ਜਵਾਬ ਨਹੀਂ ਵੀ ਉਹ ਇਹਦਾ ਸਪਸ਼ਟੀਕਰਨ ਦੇ ਸਕੇ। ਦਿੱਤਾ ਇਹ ਤਾਂ ਅਧੂਰਾ ਜਿਹਾ ਸਪਸ਼ਟੀਕਰਨ, ਉਹਨੂੰ ਸਪਸ਼ਟੀਕਰਨ ਮੰਨਿਆ ਨਹੀਂ ਜਾ ਸਕਦਾ। ਜੇ ਬੇੜੀ ਵਿੱਚ ਬੈਠਾ ਬੰਦਾ ਬੇੜੀ ਪਾਰ ਕਰਨ ਵਾਸਤੇ ਨਦੀ ਤੋਂ, ਜੇ ਬੇੜੀ ਵਿੱਚ ਬੈਠਿਆ ਬੇੜੀ ਵਿੱਚ ਪਾਣੀ ਭਰ ਜਾਵੇ ਤੇ ਬੰਦਾ ਕਿੱਥੇ ਜਾਵੇ? ਫਿਰ ਤੇ ਉਹਦਾ ਬਚਾਅ ਕੋਈ ਨਹੀਂ ਨਾ, ਬੇੜੀ ਡੁੱਬ ਜਾਵੇਗੀ। ਜੇ ਅੱਗ ਤੋਂ ਬਚਣ ਵਾਸਤੇ ਕਿਸੇ ਕਮਰੇ ਵਿੱਚ ਜਾ ਵੜੇ ਤੇ ਉਸ ਕਮਰੇ ਨੂੰ ਅੱਗ ਲੱਗ ਜਾਵੇ ਤੇ ਬੰਦਾ ਕਿੱਥੇ ਜਾਵੇਗਾ? ਬਚੇਗਾ? ਜੇ ਹੁਣ ਘਰ ਦੇ ਭੇਤੀ ਲੰਕਾ ਢਾਉਣ ਲੱਗ ਪਏ ਤੇ ਕਿੱਧਰ ਨੂੰ ਜਾਵੇ? ਸਾਡੇ ਮੁਖੀ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਹੀ ਇਹ ਕੁਝ ਕਰਨ ਲੱਗ ਪਈਆਂ ਤੇ ਕਿੱਥੇ ਜਾਵੇ? ਅਸਲ ਦੇ ਵਿੱਚ 1994 ਤੋਂ ਬਾਅਦ ਜਦੋਂ ਪੰਥ ਫੂਕਿਆ ਜਾਂਦਾ ਨਾ, ਉਹ ਪੰਥ ਹਾਈਜੈਕ ਹੋ ਗਿਆ, RSS ਦੇ ਅਧੀਨ ਹੋ ਗਿਆ। ਸ਼ਾਇਦ ਤੁਹਾਡੇ ਵਿੱਚ ਪੰਥ ਦੇ ਨਾਲ ਅਖੌਤੀ ਪੰਥ ਦੇ ਨਾਲ ਸੰਬੰਧਤ ਬੈਠੇ ਹੋਣ। ਸ਼੍ਰੋਮਣੀ ਕਮੇਟੀ ਉੱਤੇ ਬਾਦਲਾਂ ਦਾ ਕਬਜ਼ਾ, ਬਾਦਲਾਂ ਦੀ ਭਾਈਵਾਲੀ ਦਿਖਾਵੇ ਦੀ ਹੁਣ ਤੋੜ ਦਿੱਤੀ। ਬੀਜੇਪੀ ਦੇ ਨਾਲ ਬੀਜੇਪੀ ਦੀ ਮਾਂ RSS, ਜਿਹੜੀ ਘੱਟ ਗਿਣਤੀਆਂ ਦੇ ਵਾਸਤੇ ਸਭ ਤੋਂ ਵੱਧ ਖਤਰਨਾਕ ਹੈ, ਜਿਹਦਾ ਏਜੰਡਾ ਹੀ ਇਹ ਹੈ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣਾ। ਮੈਂ ਕਿਸੇ ਵੀ ਧਰਮ ਦਾ ਵਿਰੋਧੀ ਨਹੀਂ, ਜਦ ਕੇ ਆਪਣੇ ਧਰਮ ਦਾ ਪ੍ਰਚਾਰ ਕਰਨਾ, ਪਰ ਦੂਸਰੇ ਦੇ ਧਰਮ ਨੂੰ ਡੀਗ੍ਰੇਡ ਕਰਕੇ ਕਿਉਂ ਆਪਣਾ ਧਰਮ ਅੱਗੇ ਲਿਆਉਂਦੇ? ਇਹ ਉਹਨਾਂ ਦੀ ਝੋਲੀ ਵਿੱਚ ਪੈ ਚੁੱਕੇ ਨੇ। ਖੈਰ, ਮੈਂ ਆਪਣੀ ਗੱਲ ਨੂੰ ਨੇੜੇ ਕਰਾਂ। ਹੁਣ ਇਹ ਜਿਹੜੇ ਭਾਈ ਤਾਰਾ ਸਿੰਘ ਨੂੰ ਸੁਨੇਹਾ ਮਿਲਿਆ, ਭਾਈ ਤਾਰਾ ਸਿੰਘ ਕਹਿੰਦਾ ਵੀ ਨਹੀਂ ਮੈਂ ਜਾਵਾਂਗਾ। ਉਹਨੇ ਇੱਕ ਲਕੀਰ ਖਿੱਚੀ, ਬਾਕੀ ਦੇ ਸਿੰਘਾਂ ਨੂੰ ਆਵਾਜ਼ ਦਿੱਤੀ, ਸਿੰਘੋ ਜੇਕਰ ਕੋਈ ਜਾਣਾ ਚਾਹੁੰਦਾ ਤਾਂ ਚਲੇ ਜਾਵੇ, ਕੋਈ ਰੋਕ ਨਹੀਂ।
मैं डेरे में रहांगा, बेशक कल्ला रह जावा, मैं आने वाले दुश्मन का मुकाबला करांगा, अपना आखिरी साह तक अपनी कौम की लेखी लांगा। हुण सारिਆਂ ने आख्या भाई साहब ਤੁਸੀਂ ਔਖੇ ਸਮੇਂ ਦੇ ਵਿੱਚ ਸਿੱਖਾਂ ਦੀ ਬਾਹ ਫੜਦੇ ਹੋ, ਅਸੀਂ ਤੁਹਾਡਾ ਸਾਥ ਛੱਡ ਕੇ ਚਲੇ ਜਾਈਏ, ਇਹ ਕਦੇ ਹੋ ਸਕਦਾ ਹੈ? ਹੁਣ ਸਿੰਘਾਂ ਨੇ ਰਾਤੋਂ ਰਾਤ ਤਿਆਰੀ ਆਰੰਭ ਦਿੱਤੀ ਹੈ ਤੇ ਇਧਰ ਮੋਮਨ ਖਾਂ ਫੌਜਾਂ ਬਣਾਉਂਦਾ ਹੋਇਆ ਵੱਖ-ਵੱਖ ਪਿੰਡਾਂ ਵਿੱਚ ਹੁੰਦਾ ਹੋਇਆ ਵਾਹ ਪਿੰਡ ਦੇ ਨੇੜੇ ਪਹੁੰਚ ਗਿਆ। जिस पिंड में जाके मुकाम किया उत्थों के नंबरदार को आख्या भी असीं वाह पिंड जाना है, वो फौज के अगे लग तुरिया और जान बुझ के उन्होंने आसे पासे घुमाउंदा रहा भी भाई तारा सिंह को खबर मिल जाए तो डेरा छड़ के चले जाए। पर भाई तारा सिंह की तैयारी कर चुके सन, भाई तारा सिंह, भाई बघेल सिंह, भाई लखमीर सिंह आदि, भाई वीर सिंह, ये सारे सिंह, भाई भीम सिंह, ये सारे सिंह उस डेरे के अंदर है। इन्होंने तैयारी की रातों रात, कुल तैयारी करके मोर्चे बल के बैठ गए ने, दुश्मन की उड़ीक कर लगे ने। इधर दिन के चढ़ा दे नाल मोमन खां अपनी फौजा लैके भाई तारा सिंह के डेरे से पहुंचे। आवाज दी है तारा सिंह तेरे डेरे दे विच हुकूमत दे बागी ने, उन्होंने साडे सामने पेश कर दे, तेरा कुछ नहीं बिगाड़ांगे, नहीं ते तेरे डेरे का खोआ खोज बटा देंगे। इन्हीं गल आखी अंदरों सिंघां ने संभाले ने मोर्चे, हमला कर दिता है ते सामने दुश्मन ने भी हमला किया है। भाई तारा सिंह ते ओहदे योधे मैदान में आन निकले ने, लोहे ते लोहा लगा खड़खड़ पंजाबी का शहर लिखता है, वो कहता होके आमो सामने दल दोवें जुटे, उत्ते तीर ध्याए रखते, किलियां च छुट्टे, कई छिड़नी हुई छातियां, कई मत्थे फुटे, कई नच गए संतां तो, पर रह गए बुट्टे, कलगी तरते लाते, मैदाने जुटे। भाई तारा सिंह अगां बढ़ता जा रहा है ते दुश्मन के सफा नूं चीरदा, वैरी नूं धरत उत्ते लटाउंदा चला जा रहा है। ਵੱਖ-ਵੱਖ सूरमे दे सामने आए, हर किसी का सिर धक्का दा करदा अगे वधदा गया। हुण अगे एक सूरमा आया जिहदा नाम है तकी बेग। इस तकी बेग ने ललकारिया भाई तारा सिंह वाह नूं ते भाई तारा सिंह तकी बेग नूं ललकार के कहंदा, तकी बेग तुसी हमला करके आए हो सानू फड़न वास्ते, तुहाडे मन विच किधरे हसरत ना रह जावे भी वार करन दा मौका नहीं मिलिया, इस करके पहला वार तुसी कर दो। तकी बेग मन में सोचता किहो जिहा भोला दुश्मन है, सामने खलोते दुश्मन उत्ते समा नहीं देईदा वार करन दा, ਇਹ कह रहा भी वार कर लवो। हुण उन्हें पूरा ताण ला के वार किया, पर भाई तारा सिंह वाह ने वार रोक। हुण जब भाई तारा सिंह वाह ने रोके वार ते एक वार होर करने का मौका दिता, वो वार भी अदाई कर। हुण ये जिहड़ा तकी बेग है ना, सिर तो लैके पैरों तक लोहे में फड़िया हुआ सी, सिरों ते लोहे का टोप पाया है, तन ते इहने संदूक पहनी हुई है, इहदा अंग कोई भी नंगा नहीं, केवल ते केवल मुंह नंगा है, चेहरा नंगा है। हुण भाई तारा सिंह तलवार दे नाल वार रोकदा है, तीरां में दो टुकड़े कर दिंदा, तीन वार कीते, तीजा मरिया जा वार करके कंबदा है, अंदरों कंबदा भी मेरा ते कोई भी वार पता नहीं चलदा, तीनों वार खड़े चले गए। भाई तारा सिंह दे मां दे मत्थे पे पैने गुस्से दे वक्त ओहदी अखां विच आई गैर दी लाली, ओहने अपना नेजा कढिया, कहण लगे तकी बेग याद रख तैनूं किसी उस्ताद ने वार करना दस्सिया नहीं। ओहने बोले सो नाल सत श्री अकाल दा छड़िया जकारा अते तकी बेग दे संग विच नेजा है।
ਪਹਾੜੀਆਂ ਰਾਹ ਰੋਕਣ ਵਹਿਣ ਕਦੇ ਦਰਿਆਵਾਂ ਦੇ ਰੁਕਦੇ ਨਹੀਂ। ਥਿਰਕ ਜਾਂਦੇ ਨੇ ਦਿਲ ਕਮਜ਼ੋਰ ਵਾਲੇ ਪ੍ਰੇਮੀ ਸੱਚੇ ਨਿਸ਼ਾਨੇ ਤੋਂ ਉਕਦੇ ਨਹੀਂ। ਜਦੋਂ ਸਾਹਮਣੇ ਦਿਸੇ ਸ਼ਿਕਾਰ ਫਿਰਦਾ ਸ਼ੇਰ ਘੁੰਮਿਆਂ ਦੇ ਵਿੱਚ ਲੁਕਦੇ ਨਹੀਂ। ਮਰਦ ਮਰ ਜਾਂਦੇ ਆਪਣੀ ਆਣ ਬੰਦੇ ਪਰ ਵੈਰੀਆਂ ਦੇ ਅੱਗੇ ਝੁਕਦੇ ਨਹੀਂ। ਹੁਣ ਤੱਕੀ ਵੇਖ ਦੇ ਸੰਗ ਵਿੱਚ ਜਾ ਕੇ ਭਾਈ ਤਾਰਾ ਸਿੰਘ ਦਾ ਮਾਰਿਆ ਹੋਇਆ ਨੇਜਾ ਵੱਜਾ, ਉਹਦੇ ਮੂੰਹ ਦੇ ਵਿੱਚ ਲਹੂ ਦੀ ਫੁਹਾਰ ਛੁੱਟ ਪਈ। ਹੁਣ ਚੜਾ ਕੇ ਘੋੜੇ ਨੂੰ ਉਹ ਜੰਗ ਦੇ ਮੈਦਾਨ ਵਿੱਚ ਲੱਗਾ ਨਿਕਲਣ ਤੇ ਅੱਗੇ ਖਲੋਤਾ ਮੋਮਨ ਖਾਂ ਕਹਿਣ ਲੱਗਾ ਖਾਨ ਸਾਹਿਬ ਖਾਨ ਕਿਰਪਾਨ ਚੜਾਰੋ। ਤੇ ਤੱਕੀ ਵੇਗ ਜਿਹਦੇ ਮੂੰਹ ਵਿੱਚੋਂ ਖੂਨ ਸਿਮਰਿਆ ਸੀ ਉਹ ਕਹਿੰਦਾ ਹਾਂ ਅੱਗੇ ਭਾਈ ਤਾਰਾ ਸਿੰਘ ਪਾਨਾਂ ਦੇ ਬੀੜੇ ਵੰਡਦਾ ਜਾ ਕੇ ਤੂੰ ਹੀ ਲੈ, ਮੈਂ ਤੇ ਲੈ ਹੁਣ ਮੇਰੇ ਕੋਲ ਹਮਲਾ ਕੀਤਾ। ਹੁਣ ਸਾਰੇ ਦੇ ਸਾਰੇ ਸਿੰਘ ਇਕਜੁੱਟ ਹੋ ਕੇ ਲੜੇ ਆਪਣੀ ਅਣਖ ਦੀ ਖਾਤਰ, ਆਪਣੇ ਹੱਕਾਂ ਦੀ ਖਾਤਰ, ਆਪਣੀ ਕੌਮ ਦੀ ਖਾਤਰ ਲੜਦੇ ਲੜਦੇ ਸੂਰਮੇ ਸ਼ਹੀਦੀ ਪਾ ਗਏ। ਇਹ ਅਸਾਮੀ ਜੰਗ ਦੇ ਵਿੱਚ ਭਾਵੇਂ ਸਾਰੇ ਦੇ ਸਾਰੇ ਸਿੰਘ ਸ਼ਹੀਦ ਹੋ ਗਏ ਪਰ ਜਿੱਤ ਇੰਜ ਕਹੀਏ ਉਹਨਾਂ ਸਿੰਘਾਂ ਦੀ ਹੋਈ, ਕਿਉਂਕਿ ਕੁਰਬਾਨੀਆਂ ਦੇ ਬਾਅਦ ਕਦੇ ਜਿੱਤ ਨਹੀਂ ਮਿਲਦੀ। ਤੇ ਕੁਰਬਾਨੀ ਕਰਨ ਵਾਸਤੇ ਏਕਾ ਚਾਹੀਦਾ ਹੈ। ਆ ਜਿਹੜਾ ਤੁਹਾਡਾ ਏਕਾ ਹੈ ਇਹ ਜ਼ਰੂਰ ਕਿਸੇ ਮੰਜ਼ਿਲ ਉੱਤੇ ਲੈ ਜਾਵੇਗਾ, ਪਰ ਜ਼ਰੂਰੀ ਮੇਰੀ ਬੇਨਤੀ ਹੈ ਪ੍ਰਬੰਧਕਾਂ ਦੇ ਅੱਗੇ ਵੀ ਜ਼ਰੂਰ ਇਹਨੂੰ ਪਲਾਨ ਕਰੋ ਵੀ ਤੁਹਾਡੇ ਸੰਘਰਸ਼ ਦੀ ਨੀਤੀ ਕੀ ਹੋਣੀ ਚਾਹੀਦੀ। ਆਓ ਉਹ ਜਿਹੜੇ ਕੌਮੀ ਮਰਜੀਵੜੇ ਆਪਣੇ ਹੱਕਾਂ ਦੀ ਖਾਤਰ, ਆਪਣੇ ਘਰਾਂ ਦੀ ਖਾਤਰ, ਆਪਣੇ ਖੇਤਾਂ ਦੀ ਖਾਤਰ ਲੜ ਮੁੜੇ, ਉਹਨਾਂ ਦੀ ਪਾਵਨ ਪਵਿੱਤਰ ਕਮਾਈ ਦਾ ਕਰੋ ਧਿਆਨ। ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਾਰੀ ਸੰਗਤ ਦਾ ਧੰਨਵਾਦ। ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਮੈਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ। ਮੈਂ ਅਰਦਾਸ ਕਰਦਾ ਹਾਂ ਕਿ ਤੁਸੀਂ ਜ਼ਰੂਰ ਕਿਸੇ ਨਾ ਕਿਸੇ ਮੁਕਾਮ ਉੱਤੇ ਪਹੁੰਚੋ। ਜਿਹੜਾ ਸੰਘਰਸ਼ ਤੁਸੀਂ ਆਰੰਭ ਕੀਤਾ ਕਾਮਯਾਬੀ ਇਹਦੇ ਵਿੱਚ ਤੁਹਾਡੇ ਪੈਰ ਚੁੰਮੇ, ਇਹ ਅਰਦਾਸ ਕਰਦਾ ਹੋਇਆ ਮੈਂ ਤੁਹਾਡੇ ਕੋਲ ਖਿਮਾ ਦਾ ਜਾਚਕਾ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਸਾਰੇ ਬੈਠੇ ਆ। ਹੋ ਸਕਦਾ ਸ਼ਾਂਤਮਈ ਆਵਾਜ਼ ਸਾਡੀ ਪਹੁੰਚ ਜਾਵੇ, ਪਰ ਉਹਨਾਂ ਹਾਕਮਾਂ ਤੱਕ ਕਦੇ ਸ਼ਾਂਤਮਈ ਨੇ ਆਵਾਜ਼ ਨੇ ਅਸਰ ਕੋਈ ਨਹੀਂ ਕੀਤਾ। ਇਹ ਵੀ ਸੱਚਾਈ ਹੈ, ਸ਼ਾਂਤਮਈ ਆਵਾਜ਼ ਨੇ ਅਸਰ ਕੋਈ ਨਹੀਂ ਕੀਤਾ। ਆਪਾਂ ਸੁਣ ਕੇ ਨਾ ਸਿੰਘ ਸ਼ਾਂਤਮਈ ਤਰੀਕੇ ਨਾਲ ਗਏ ਸਨ ਵੀ ਘੋੜੀਆਂ ਨੂੰ ਬੰਨ ਲੈ, ਨਹੀਂ ਮੰਨੇ, ਹਾਕਮ ਇੰਜ ਨਹੀਂ ਮੰਨਦਾ। ਗੁਰੂ ਕਿਰਪਾ ਕਰੇ ਅਸੀਂ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋਈਏ। ਉਹਦੇ ਵਾਸਤੇ ਅਰਦਾਸ ਇੱਕ ਬਹੁਤ ਵੱਡਾ ਸਾਧਨ ਹੈ। ਅਰਦਾਸ ਵੀ ਕਰਿਓ, ਜ਼ਰੂਰ ਅਸੀਂ ਕਾਮਯਾਬ ਹੋਵਾਂਗੇ। ਬਸ ਇਹੀ ਹੈ, ਪੈਰ ਪੈਰ ਤੇ ਗਦਾਰ ਮਿਲਣਗੇ, ਉਹਨਾਂ ਗਦਾਰਾਂ ਨੂੰ ਪਛਾਣਨਾ। ਮਹਾਰਾਜ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਮਹਾਰਾਜ ਕਹਿੰਦੇ ਪਹਿਲਾਂ ਵਸ ਜਾਣ ਕੇ ਤਾਂ ਕੀਚੇ ਵਾਪਾਰ। ਪਹਿਲਾਂ ਪਛਾਣ ਕਰੋ ਤਾਂ ਕਿਸੇ ਦੇ ਨਾਲ ਮਿੱਤਰਤਾ ਪਾਓ। ਮਿੱਤਰਤਾ ਵੀ ਪਾਉਣੀ ਹੈ ਪਛਾਣ ਕੇ, ਦੁਸ਼ਮਣੀ ਵੀ ਪਾਉਣੀ ਹੈ ਤਾਂ ਵੀ ਪਛਾਣ ਕੇ ਪਾਉਣੀ ਚਾਹੀਦੀ ਹੈ। ਇਹ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਇੱਕ ਆਖਰੀ ਗੱਲ ਤੁਹਾਡੀ ਸੇਵਾ ਵਿੱਚ ਕਹਿ ਕੇ ਮੈਂ ਖਿਮਾ ਦਾ ਜਾਚ ਹੋ ਜਾਣਾ। ਹਰ ਬੰਦਾ ਆਪਣੇ ਘਰ ਨੂੰ ਬੜਾ ਮਜ਼ਬੂਤ ਬਣਾਉਂਦਾ, ਉਹਦਾ ਚੰਗਾ ਦਰਵਾਜ਼ਾ, ਚੰਗੀਆਂ ਕੰਧਾਂ, ਆਪਣੇ ਵੱਲੋਂ ਹਿਫਾਜ਼ਤ ਦਾ ਹਰ ਤਰੀਕਾ ਵਰਤਾ ਅੱਜ ਤੱਕ ਕੈਮਰੇ ਵੀ ਲਗਾ ਕੇ ਰੱਖਦਾ ਹੈ। ਪਰ ਉਹਦੇ ਮੁਕਾਬਲੇ ਤੇ ਅਸੀਂ ਵੇਖਦੇ ਜੇਲ੍ਹ ਜ਼ਿਆਦਾ ਮਜ਼ਬੂਤ ਹੈ। ਜੇਲ੍ਹ ਦੀਆਂ ਕੰਧਾਂ ਬਹੁਤ ਮਜ਼ਬੂਤ, ਉਹਦੀ ਸਿਕਿਉਰਿਟੀ ਜ਼ਿਆਦਾ, ਉਹਦਾ ਦਰਵਾਜ਼ਾ ਬੜਾ ਵੱਡਾ ਤੇ ਉਹ ਵੀ ਬਹੁਤ ਮਜ਼ਬੂਤ, ਉਹਦੇ ਤੇ ਵੀ ਪਹਿਰੇਦਾਰ ਖਲੋਤੇ ਨੇ। ਪਰ ਬੰਦਾ ਜੇਲ੍ਹ ਵਿੱਚ ਨਹੀਂ ਰਹਿਣਾ ਚਾਹੁੰਦਾ, ਰਹਿਣਾ ਆਪਣੇ ਘਰ ਵਿੱਚ। ਭਾਵੇਂ ਉਹ ਛੋਟਾ ਹੈ, ਜੇਲ੍ਹ ਉਹਦੇ ਮੁਕਾਬਲੇ ਬਹੁਤ ਵੱਡੀ, ਉਹਦੀਆਂ ਕੰਧਾਂ ਬਹੁਤ ਮਜ਼ਬੂਤ ਨੇ, ਦਰਵਾਜ਼ੇ ਬੜੇ ਮਜ਼ਬੂਤ ਨੇ, ਪਰ ਬੰਦਾ ਜੇਲ੍ਹ ਵਿੱਚ ਫਿਰ ਵੀ ਨਹੀਂ ਰਹਿਣਾ ਚਾਹੁੰਦਾ। ਉਹਦਾ ਕਾਰਨ ਹੈ ਕਿਉਂਕਿ ਜੇਲ੍ਹ ਦਾ ਦਰਵਾਜ਼ਾ ਕਿਸੇ ਦੇ ਹੁਕਮ ਨਾਲ ਖੁੱਲਦਾ ਤੇ ਉਹਦੇ ਘਰ ਦਾ ਦਰਵਾਜ਼ਾ ਆਪਣੇ ਹੁਕਮ ਨਾਲ ਖੁੱਲਦਾ। ਜੇਕਰ ਆਪਣੇ ਘਰ ਵਿੱਚ ਰਹਿਣਾ ਹੈ ਤੇ ਸਿਆਣੇ ਬਣਨਾ ਪਵੇਗਾ, ਸੂਝਵਾਨ ਹੋਣਾ ਪਵੇਗਾ, ਨਹੀਂ ਤੇ ਗੁਲਾਮੀ ਦੀ ਜੇਲ੍ਹ ਤੇ ਸਾਡੇ ਚਾਰ ਚੁਫੇਰੇ ਪੈਣੇ। ਇਹ ਗੁਲਾਮੀ ਦੀ ਜੇਲ੍ਹ ਵਿੱਚੋਂ ਨਿਕਲ ਕੇ ਅਸੀਂ ਆਪਣੇ ਘਰ ਵਿੱਚ ਆਉਣਾ ਹੈ। ਆਪਣਿਆਂ ਨੂੰ ਪਛਾਣਨਾ ਪਵੇਗਾ, ਗਦਾਰਾਂ ਨੂੰ ਚੁਣ ਕੇ ਬਾਹਰ ਕੱਢਣਾ ਪਵੇਗਾ। ਇਹੀ ਬੇਨਤੀ ਕਰਦਾ ਹੈ ਤੁਹਾਡੇ ਕੋਲ ਖਿਮਾ ਦਾ ਜਾਚਕਾ। ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਖਾਲਸਾ ਅਤੇ ਸਮੁੱਚੀ ਪ੍ਰਬੰਧਕੀ ਟੀਮ ਜਿਹੜੀ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਮੇਂ ਨਾਲ ਨਿਵਾਜ ਕੇ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਵਾਏ ਤੇ ਕੁਝ ਵਿਚਾਰ ਆਪ ਜੀ ਦੀ ਸੇਵਾ ਦੇ ਵਿੱਚ ਕਹਿਣ ਦਾ ਮੌਕਾ ਬਣਿਆ। ਸਤਿਕਾਰਯੋਗ ਭਾਈ ਸਰਤਾਜ ਸਿੰਘ ਜੀ ਬਰਸਾਵਾ ਬੜੇ ਕਮਾਲ ਦੇ ਕਥਾ ਵਿੱਚ ਮੌਕੇ ਦੀ ਗੱਲ ਕਰਦੇ ਨੇ। ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਕਰਦਾ। ਭਾਈ ਸੰਤੋਖ ਸਿੰਘ ਜੀ ਕਮਾਲ ਦੇ ਕੀਰਤਨੀਆਂ ਨੇ। ਭਾਈ ਸੁਖਬੀਰ ਸਿੰਘ ਜੀ ਢਾਡੀ ਕਮੈਂਟੇਟਰ ਦੇ ਵਿੱਚੋਂ, ਇੱਧਰ ਕਬੱਡੀ ਕਮੈਂਟੇਟਰ ਦੇ ਵਿੱਚੋਂ ਢਾਡੀ ਕਲਾ ਵਾਲ ਆਏ ਨੇ। ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ। ਆਪ ਸਾਰੇ ਜਿੰਨੇ ਵੀ ਬੈਠੇ ਹੋ, ਇੱਥੇ ਸਾਡੀ ਕੋਈ ਪਾਰਟੀ ਨਹੀਂ, ਇੱਕੋ ਪਾਰਟੀ ਹੈ, ਉਹ ਹੈ ਸਾਡਾ ਸੰਘਰਸ਼, ਉਹ ਹੈ ਸਾਡੀ ਏਕਤਾ। ਬਾਕੀ ਕੋਈ ਕਿਤੇ ਵੀ ਜੁੜਿਆ ਹੋ ਸਕਦਾ, ਉਹ ਵੱਖਰੀ ਗੱਲ ਹੈ, ਪਰ ਇੱਥੇ ਸਿਰਫ ਇੱਕੋ ਪਾਰਟੀ ਹੈ, ਸਾਡਾ ਸੰਘਰਸ਼ ਤੇ ਸਾਡੇ ਹੱਕ।
ਗੁਰੂ ਕਿਰਪਾ ਕਰੇ ਤੁਸੀਂ ਆਪਣੇ ਸੰਘਰਸ਼ ਵਿੱਚ ਕਾਮਯਾਬ ਹੋ, ਕਾਮਯਾਬੀ ਤੁਹਾਡੀ ਪੈਰ ਚੁੰਮੇ। ਇਹਨਾਂ ਸ਼ਬਦਾਂ ਦੇ ਨਾਲ ਸਾਰੀ ਸੰਗਤ ਦਾ ਧੰਨਵਾਦ। ਜੱਥਾ ਤੁਹਾਡਾ ਆਪਣਾ ਦਾਸ ਜਤਿੰਦਰ ਸਿੰਘ ਨੂਰਪੁਰੀ, ਪਿੰਡ ਨੂਰਪੁਰ ਚੱਠਾ ਨਕੋਦਰ ਦੇ ਨੇੜੇ। ਜੱਥੇ ਦੇ ਮੈਂਬਰ ਉਸਤਾਦ ਢਾਡੀ ਗਿਆਨੀ ਦਰਸ਼ਨ ਸਿੰਘ ਬਲ, ਸਰੰਗੀ ਵਾਦਕ ਸਰਬਜੀਤ ਸਿੰਘ ਟਿਕ, ਢਾਡੀ ਗੁਰਚਰਨ ਸਿੰਘ ਚੰਦ, ਆਪ ਸੰਗਤਾਂ ਪਾਸੋਂ ਅਸੀਸ ਮੰਗਦੇ ਹਾਂ ਜੀ। ਦੇਹੋ ਸੱਜਣ ਅਸੀਸਰੀਆਂ, ਜੋ ਹੋਵੇ ਸਹਿਸੋ ਮੇਲ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜਤਿੰਦਰ ਸਿੰਘ ਜੀ ਨੂਰਪੁਰੀ, ਇੰਟਰਨੈਸ਼ਨਲ ਪੰਥਕ ਢਾਡੀ ਜਥਾ ਆਪ ਜੀਆਂ ਦੇ ਨਾਲ